ਆ ਜਿਹੜੇ ਅਫੀਮ ਦੀ ਖੇਤੀ ਦੀ ਪੀਪ ਨਹੀਂ ਚੱਕੀ ਫਿਰਦੇ ਆ, ਕਿਸਾਨਾਂ ਦੇ ਕੰਨਾਂ 'ਚ ਫੂਕਦੇ ਫਿਰਦੇ ਆ, ਉਹਨਾਂ ਨੂੰ ਮੈਂ ਇਹ ਗੱਲ ਪੁੱਛਦਾ ਹਾਂ, ਆਮ ਲੋਕਾਂ ਨੂੰ ਭੇਡਾਂ ਸਮਝਦੇ ਆ ਇਹ। ਬਿਲਕੁਲ ਆਪ ਇਹ ਆਜੜੀ ਬਣੇ ਹੋਏ ਆ ਵੀ ਆਜੜੀ ਜਿੱਧਰ ਨੂੰ ਹੱਕ ਲੈ ਭੇਡ ਉਧਰ ਨੂੰ ਤੁਰ ਪਏ। ਇੱਕ ਵੀ ਆਮ ਕਿਸਾਨ ਅਫੀਮ ਦੀ ਖੇਤੀ ਬਾਰੇ ਕਦੇ ਗੱਲ ਨਹੀਂ ਕਰਦਾ। ਜਿਹੜੇ ਲੋਕ ਕਿਸਾਨ ਯੂਨੀਅਨ ਵਾਲੇ ਜਾਂ ਡਾਕਟਰ ਧਰਮਵੀਰ ਗਾਂਧੀ ਵਰਗੇ ਜਿਹੜੇ ਵਿਦਵਾਨ ਕਹਾਉਂਦੇ ਆਪਣੇ ਆਪ ਨੂੰ, ਉਹਨਾਂ ਨੂੰ ਮੈਂ ਪੁੱਛਣਾ ਚਾਹਣਾ, ਤੇ ਜਦੋਂ ਅਫੀਮ ਦੀ ਖੇਤੀ ਹੋਊਗੀ ਤਾਂ ਉਹ ਵੀ ਇਲਾਕੇ ਦੇ MLA ਦੀ ਹੀ ਹੋਊਗੀ, ਬੰਦੂਕ ਉਹਦੀ ਹੋਊਗੀ, ਮੋਢਾ ਮੇਰੇ ਕਿਸਾਨ ਦਾ ਹੋਊਗਾ। ਤੇ ਫਿਰ ਜਿਹੜਾ ਤੁਹਾਨੂੰ ਆ ਕੇ ਕਵੇ ਅਫੀਮ ਦੀ ਖੇਤੀ ਕਰਨੀ ਆ, ਉਹਨੂੰ ਇਸ ਤਰ੍ਹਾਂ ਦੇ ਸਵਾਲ ਕਰੋ ਕਿ ਉਹ ਨਿਰੁੱਤਰ ਹੋ ਕੇ, ਬੇਸ਼ਰਮ ਹੋ ਕੇ ਤੁਹਾਡੇ ਪਿੰਡੋਂ ਮੁੜੇ। ਤਾਂ ਉਹ ਜਿਹੜੀ ਬਲੈਕ ਹੈਗੀ ਆ, ਆਮ 2.5 ਏਕੜ ਵਾਲਾ ਬੰਦਾ ਜਿਗਰਾ ਕਿੱਥੋਂ ਲਿਆਊ? ਉਹ ਬਲੈਕ ਕੌਣ ਕਰੂਗਾ? ਚਿੱਟੇ ਨੀਲੇ ਹੀ ਕਰਨਗੇ। ਵੀ ਸਾਨੂੰ ਸਾਡੀ ਜਿਣਸ ਦਾ ਸਹੀ ਰੇਟ ਦਿਓ, ਬੰਦੇ ਦੇ ਪੁੱਤ ਬਣ ਕੇ। ਸਤਿ ਸ੍ਰੀ ਅਕਾਲ ਜੀ, ਤੁਸੀਂ RMB ਟੈਲੀਵਿਜ਼ਨ ਦੇਖ ਰਹੇ ਹੋ। ਮੈਂ ਤੁਹਾਡਾ ਦੋਸਤ ਜਸ ਕਰੇਵਾਲ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਾਸ ਮੁਲਾਕਾਤ ਦੇ ਵਿੱਚ ਅੱਜ ਗੱਲਬਾਤ ਕਿਸਾਨੀ ਦੇ ਉਸ ਮਸਲੇ ਤੇ ਹੋਵੇਗੀ ਜਿਹਨੂੰ ਅਕਸਰ ਉਭਾਰਿਆ ਜਾਂਦਾ ਆ, ਕਿਸਾਨਾਂ ਦੇ ਅੱਗੇ ਲਿਆ ਖੜਾ ਕੀਤਾ ਜਾਂਦਾ ਜਦੋਂ ਵੀ ਗੱਲ ਡੁੱਬਦੀ ਕਿਸਾਨੀ ਦੀ ਹੁੰਦੀ ਆ, ਡਿੱਗਦੀ ਕਿਸਾਨੀ ਦੀ ਹੁੰਦੀ ਆ। ਮੈਂ ਗੱਲ ਕਰ ਰਿਹਾ ਅਫੀਮ ਦੀ ਖੇਤੀ ਦੀ। ਅਕਸਰ ਕਿਸਾਨਾਂ ਨੂੰ ਕਿਹਾ ਜਾਂਦਾ ਕਿ ਜੇਕਰ ਕਿਸਾਨੀ ਬਚਾਉਣੀ ਹੈ, ਜੇਕਰ ਤੁਸੀਂ ਬਚਣਾ ਆ ਤਾਂ ਅਫੀਮ ਦੀ ਖੇਤੀ ਕਰਨੀ ਸ਼ੁਰੂ ਕਰੋ। ਸਰਕਾਰਾਂ ਤੇ ਵੀ ਇਹ ਜਿਹੜਾ ਆ ਰੋਸ ਪ੍ਰਗਟਾਇਆ ਜਾਂਦਾ ਸਰਕਾਰਾਂ ਦੇ ਵਿਰੁੱਧ ਕਿ ਸਰਕਾਰਾਂ ਕਿਸਾਨਾਂ ਨੂੰ ਅਫੀਮ ਦੀ ਖੇਤੀ ਦੀ ਪਰਮਿਸ਼ਨ ਕਿਉਂ ਨਹੀਂ ਦੇ ਰਹੀਆਂ। ਪਰ ਦੋਸਤੋ, ਜਦੋਂ ਅਸੀਂ ਕੋਈ ਵੀ ਚੀਜ਼ ਸ਼ੁਰੂ ਕਰਨੀ ਹੁੰਦੀ ਹੈ ਤਾਂ ਤੁਹਾਨੂੰ ਉਹਦੇ ਬਾਰੇ ਪੂਰਨ ਰੂਪ ਦੇ ਵਿੱਚ ਪਤਾ ਹੋਣਾ ਲਾਜ਼ਮੀ ਆ। ਅਸੀਂ ਸਿਰਫ ਇਹ ਲੈ ਕੇ ਚੱਲਦੇ ਹਾਂ ਕਿ ਜੇਕਰ ਅਫੀਮ ਦਾ ਇਹ ਰੇਟ ਆ ਤਾਂ ਅਸੀਂ ਬੜੇ ਜਿਹੜਾ ਆ ਲਾਭ ਦੇ ਵਿੱਚ ਜਾਵਾਂਗੇ ਜੇਕਰ ਅਸੀਂ ਅਫੀਮ ਦੀ ਜਿਹੜੀ ਆ ਖੇਤੀ ਕਰਾਂਗੇ। ਅਸਲ ਦੇ ਵਿੱਚ ਕੀ ਸੱਚਾਈ ਆ ਇਸ ਦੇ ਅੰਦਰਲੀ, ਕੀ ਜੇਕਰ ਅਫੀਮ ਦੀ ਖੇਤੀ ਜਿਹੜੀ ਆ ਪੰਜਾਬ ਦੇ ਵਿੱਚ ਸ਼ੁਰੂਆਤ ਹੁੰਦੀ ਆ, ਪੰਜਾਬ ਦੇ ਵਿੱਚ ਸ਼ੁਰੂ ਹੁੰਦੀ ਆ, ਪੰਜਾਬ ਦੇ ਕਿਸਾਨ ਕਰਦੇ ਨੇ, ਤਾਂ ਉਹਦਾ ਕੀ ਲਾਭ ਹੋਵੇਗਾ ਕਿਸਾਨਾਂ ਨੂੰ। ਇਸ ਬਾਬਤ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਬਾਈ ਗੁਰਪ੍ਰੀਤ ਸਿੰਘ ਦਬੜੀ ਖਾਨਾ ਹੋਣਗੇ। ਬਾਈ ਦੇ ਨਾਲ ਗੱਲਬਾਤ ਕਰਾਂਗੇ ਅਫੀਮ ਦੀ ਖੇਤੀ ਦੇ ਵਿੱਚ ਵਿਸਥਾਰ ਦੇ ਵਿੱਚ ਗੱਲਬਾਤ ਕਰਾਂਗੇ। ਦਬੜੀ ਖਾਨਾ ਸਾਹਿਬ, ਸਤਿ ਸ੍ਰੀ ਅਕਾਲ। ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਕੀ ਹਾਲ ਚਾਲ ਨੇ? ਠੀਕ ਠਾਕ ਹੋ? ਹਾਲ ਚੰਗੇ ਆ, ਪਰ ਜਿਸ ਤਰ੍ਹਾਂ ਦੀ ਚਾਲ ਹੈਗੀ ਹੈ, ਦਬਾਅ ਬਣਾਇਆ ਜਾ ਰਿਹਾ ਸਰਕਾਰ ਦੇ ਉੱਤੇ, ਤੇ ਕਿਸਾਨਾਂ ਨੂੰ ਵੀ ਲਗਾਤਾਰ ਪ੍ਰੇਰਿਤ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਕਿ ਜਿੰਨਾ ਚਿਰ ਅਫੀਮ ਦੀ ਖੇਤੀ ਦੀ ਪਰਮਿਸ਼ਨ ਨਹੀਂ ਮਿਲਦੀ, ਉਹਨਾਂ ਚਿਰ ਪੰਜਾਬ ਦੀ ਡੁੱਬਦੀ ਹੋਈ ਕਿਸਾਨੀ ਨੂੰ ਬਚਾਉਣ ਦਾ ਕੋਈ ਤਰੀਕਾ ਹੀ ਹੈ ਨਹੀਂਗਾ। ਤਾਂ ਇਹ ਚਾਲ ਜਿਹੜੀ ਹੈਗੀ ਆ ਮੈਨੂੰ ਖਤਰਨਾਕ ਲੱਗਦੀ ਹੈ। ਹਾਲ ਚੰਗੇ ਆ, ਪਰ ਹਾਲ ਠੀਕ ਆ, ਪਰ ਜਦੋਂ ਇੱਕ ਗੱਲ ਦੇਖੀਏ ਦਬੜੀ ਖਾਨਾ ਸਾਹਿਬ, ਆਪਾਂ ਚੰਗੇ ਹਾਲਾਂ ਦਾ ਕੀ ਕਰਾਂਗੇ ਜਦੋਂ ਸਾਡੀ ਕਿਸਾਨੀ ਡੁੱਬਦੀ ਜਾ ਰਹੀ ਹੈ, ਕਿਸਾਨੀ ਡਿੱਗਦੀ ਜਾ ਰਹੀ ਆ। ਇੱਕ ਗੱਲ ਦੱਸਿਓ, ਕੀ ਮੰਨਦੇ ਹੋ ਕਿਸਾਨਾਂ ਨੂੰ ਆਪਦੇ ਝਾਂਸੇ ਦੇ ਵਿੱਚ ਲੈਣਾ ਆ ਇਹ ਗੱਲ ਕਹਿ ਕੇ ਕਿ ਜੇਕਰ ਤੁਸੀਂ ਬਚਣਾ ਆ ਤਾਂ ਅਫੀਮ ਦੀ ਖੇਤੀ ਕਰਨੀ ਚਾਹੀਦੀ? ਕਿਉਂਕਿ ਜਿਹੜੀ ਵੀ ਪਾਰਟੀ ਸੱਤਾ ਦੇ ਵਿੱਚ ਹੁੰਦੀ ਆ ਉਹ ਗੱਲ ਨਹੀਂ ਕਰਦੀ, ਜਿਹੜੀ ਆਪੋਜੀਸ਼ਨ ਦੇ ਵਿੱਚ ਹੁੰਦੀ ਆ ਉਹ ਗੱਲਬਾਤ ਕਰਦੀ ਆ, ਉਹੀ ਗੱਲ ਕਰਦੀ ਕਿ ਖੇਤੀ ਜਿਹੜੀ ਅਫੀਮ ਦੀ ਖੇਤੀ ਹੋਣੀ ਲਾਜ਼ਮੀ ਆ। ਪਰ ਜਦੋਂ ਉਹ ਸੱਤਾ ਦੇ ਵਿੱਚ ਆ ਜਾਂਦੀ ਆ ਫਿਰ ਚੁੱਪ ਹੋ ਜਾਂਦੀ ਆ। ਅਸਲ ਦੇ ਵਿੱਚ ਕੀ ਚੀਜ਼ ਹੈ? ਪਹਿਲਾਂ ਤਾਂ ਇਹ ਗੱਲ ਦੱਸਿਓ ਕਿ ਜੇਕਰ ਅਫੀਮ ਦੀ ਖੇਤੀ ਹੋਊਗੀ, ਮੈਂ ਇਸ ਦਾ ਜਵਾਬ ਹਾਂ ਜਾਂ ਨਾ ਦੇ ਵਿੱਚ ਲਵਾਂਗਾ, ਇਹ ਕਿਸਾਨਾਂ ਦੇ ਲਈ ਲਾਭਦਾਇਕ ਹੈ ਜਾਂ ਨਹੀਂ? 1% ਵੀ ਕਿਸਾਨਾਂ ਦੇ ਲਈ ਲਾਭਦਾਇਕ ਨਹੀਂ ਹੈ। ਹੁਣ ਆਪਾਂ ਇਹ, ਕਿਉਂਕਿ ਉਹਨਾਂ ਕਈਆਂ ਨੂੰ ਰੋਸ ਹੋਣਾ ਆ, ਉਹਨਾਂ ਬੁੱਧੀਜੀਵੀਆਂ ਨੂੰ ਹੋਣਾ ਜਿਹੜੇ ਰੌਲਾ ਪਾਉਂਦੇ ਆ, ਕਿਸਾਨਾਂ ਨੂੰ ਵੀ ਹੋਣਾ ਕਿ ਯਾਰ ਦਬੜੀ ਖਾਨਾ ਇਹ ਕੀ ਕਹੀ ਜਾਂਦਾ। ਤਾਂ ਆਪਾਂ ਸੰਖੇਪ ਦੇ ਵਿੱਚ, ਵਿਸਥਾਰ ਦੇ ਵਿੱਚ ਦਬੜੀ ਖਾਨਾ ਸਾਹਿਬ ਜ਼ਰੂਰ ਸਮਝਾਈਏ। ਦੇਖੋ, ਕਿਸੇ ਵੀ ਫਸਲ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਤਾਂ ਸਾਨੂੰ ਇਹ ਦੇਖਣਾ ਚਾਹੀਦਾ ਕਿ ਜਿੱਥੇ ਉਹ ਫਸਲ ਪਹਿਲਾਂ ਹੋ ਰਹੀ ਹੈ ਜੀ, ਉੱਥੋਂ ਦੇ ਕਿਸਾਨਾਂ ਦੀ ਹਾਲਤ ਕੀ ਹੈ ਜੀ ਉਸ ਫਸਲ ਦੇ ਕਰਕੇ। ਜੀ, ਪੰਜਾਬ ਦੇ ਕਿਸਾਨਾਂ ਨੂੰ ਇਹ ਸਬਜ਼ ਬਾਗ ਦਿਖਾਇਆ ਜਾ ਰਿਹਾ, ਇਹ ਝਾਂਸਾ ਦਿੱਤਾ ਜਾ ਰਿਹਾ ਕਿ ਅਫੀਮ ਦੀ ਜੇ ਖੇਤੀ ਕਰਾਂਗੇ, ਅਫੀਮ ਇੰਨੀ ਮਹਿੰਗੀ ਵਿਕਦੀ ਹੈ ਕਿ ਅਸੀਂ ਰਾਤੋਂ ਰਾਤ ਜਿਹੜਾ ਹੈਗਾ ਸਾਡਾ ਆਰਥਿਕ ਸੰਕਟ ਆ ਜਿਹੜਾ ਉਹ ਨਜਿੱਠਿਆ ਜਾਊ ਤੇ ਸਾਡੇ ਵਾਰੇ ਨਿਆਰੇ ਹੋ ਜਾਣਗੇ। ਇਹ ਝਾਂਸਾ ਹੈ
ਜੀ। ਸਿੱਧਾ ਮੈਂ ਕਹਿ ਰਿਹਾ ਇੱਕ ਝਾਂਸਾ ਸਬਜ਼ ਬਾਗ ਹੈ ਕਿਸਾਨ ਭਰਾਵਾਂ ਨੂੰ ਦਿਖਾਇਆ ਜਾ ਰਿਹਾ। ਕਿਉਂ ਦਿਖਾਇਆ ਜਾ ਰਿਹਾ, ਇਹਦੇ ਪਿੱਛੇ ਕਿਹੜੀਆਂ ਤਾਕਤਾਂ ਹੈਗੀਆਂ, ਇਹਦੇ ਤੇ ਆਪਾਂ ਗੱਲ ਕਰਨੀ ਆ ਅੱਜ, ਉਹ ਵੀ ਕਰਾਂਗੇ। ਪਰ ਇਸ ਝਾਂਸੇ ਦੇ ਵਿੱਚ ਆਉਣ ਤੋਂ ਪਹਿਲਾਂ ਕਿਸਾਨ ਭਰਾਵੋ ਤੁਸੀਂ ਖੁਦ ਇਸ ਗੱਲ ਦੀ ਖੋਜ ਕਰੋ ਕਿ ਭਾਈ ਮੱਧ ਪ੍ਰਦੇਸ਼, ਰਾਜਸਥਾਨ ਜਾਂ ਅਫਗਾਨਿਸਤਾਨ ਜਿੱਥੇ ਵੀ ਅਫੀਮ ਦੀ ਖੇਤੀ ਹੋ ਰਹੀ ਹੈ, ਉੱਥੇ ਅਫੀਮ ਦੀ ਖੇਤੀ ਕਰਨ ਵਾਲੇ ਕਿਸਾਨਾਂ ਦੀ ਆਰਥਿਕ ਹਾਲਤ ਕਿੰਨੀ ਕੁ ਮਤਲਬ ਜ਼ਬਰਦਸਤ ਹੋ ਗਈ ਹੈ, ਜਿਹੜੀ ਕਿ ਤੁਹਾਡੀ ਹੋ ਜਾਏਗੀ। ਪਹਿਲਾਂ ਉਹਨਾਂ ਦੇ ਆਰਥਿਕ ਹਾਲਾਤਾਂ ਦਾ ਹਿਸਾਬ ਕਿਤਾਬ ਪਤਾ ਕਰ ਲਓ ਜੀ ਜ਼ਰੂਰ, ਕੀ ਉਹਨਾਂ ਨੂੰ ਉਹਦਾ ਵਾਕਈ ਲਾਭ ਹੋਇਆ। ਜੇ ਉਹਨਾਂ ਨੂੰ ਉਹਦਾ ਲਾਭ ਹੋਇਆ ਤਾਂ ਫਿਰ ਤਾਂ ਕੁਝ ਸੋਚੀਏ, ਤੇ ਜੇ ਪਰਨਾਲਾ ਉੱਥੇ ਦਾ ਉੱਥੇ ਹੀ ਹੈ ਤੇ ਫਿਰ ਭਾਈ ਸੋਚਣਾ ਚਾਹੀਦਾ ਕਿ ਸਾਡੇ ਤੇ ਇਹ ਸਾਰੀ ਗੇਮ ਕਿਉਂ ਪਾਈ ਜਾ ਰਹੀ ਹੈ। ਤਾਂ ਜਿੱਥੋਂ ਤੱਕ ਮੇਰਾ ਸੰਬੰਧ ਆ ਇਸ ਵਿਸ਼ੇ ਦੇ ਉੱਤੇ, ਤਾਂ ਸਭ ਤੋਂ ਪਹਿਲਾਂ ਮੈਨੂੰ ਇੱਕ ਫੋਨ ਆਇਆ ਸੀ, ਉਦੋਂ ਡਾਕਟਰ ਧਰਮਵੀਰ ਗਾਂਧੀ ਨੇ ਇਹ ਮੁੱਦਾ ਚੁੱਕਿਆ ਸੀ, ਉਹਨਾਂ ਨੇ ਪਹਿਲਾਂ ਚੁੱਕਿਆ ਸੀ ਕਿ ਉਹਨਾਂ ਦੇ ਇੱਕ ਖਾਸ ਬੰਦੇ ਦਾ ਮੈਨੂੰ ਫੋਨ ਆਇਆ ਸੀ ਕਿ ਉਦੋਂ ਮੈਂ KVM 'ਚ ਹੁੰਦਾ ਸੀ ਤੇ ਉਹ ਕਹਿ ਰਹੇ ਤੁਸੀਂ ਵਧੀਆ ਕੰਮ ਕਰਦੇ ਪਏ ਹੋ ਤੇ ਗਾਂਧੀ ਜੀ ਨੇ ਵੀ ਇਹ ਮੁੱਦਾ ਲਿਆ, ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ। ਮੈਂ ਕਿਹਾ ਵਾਹ ਯਾਰ, ਤਾਂ ਮੁੱਦਾ ਲਿਆ। ਸਿਆਣਾ ਹੋਣਾ ਤੇ ਸਿਆਣਪ ਦਿਖਾਉਣਾ ਦੋ ਵੱਖੋ ਵੱਖਰੇ ਮੁੱਦੇ ਆ, ਠੀਕ ਹੈ, ਮਸਲੇ ਆ। ਤੇ MP ਹੋ ਗਏ, ਉਮਰ ਵਾਹਵਾ ਹੋ ਗਈ, ਇਹਦਾ ਮਤਲਬ ਇਹ ਨਹੀਂ ਹੈਗਾ ਕਿ ਹਰ ਮੁੱਦੇ ਤੇ ਉਹਨਾਂ ਦੀ ਸਮਝ ਹੀ ਫਾਈਨਲ ਸਮਝ ਆ ਜੀ। ਤਾਂ ਮੈਂ ਉਹਨਾਂ ਨੂੰ ਕਿਹਾ ਕਿ ਇਹ ਫਾਲਤੂ ਦਾ ਮੁੱਦਾ ਹੈਗਾ। ਪਹਿਲਾਂ ਮੈਂ ਕਿਹਾ ਉਹਨਾਂ ਨੂੰ ਕਹੋ ਵੀ ਜੇ ਵਾਕਿਆ ਹੀ ਇਮਾਨਦਾਰ ਹੈ ਤਾਂ ਪਹਿਲਾਂ ਜਿੱਥੇ ਮੱਧ ਪ੍ਰਦੇਸ਼, ਰਾਜਸਥਾਨ 'ਚ ਜਿੱਥੇ ਅਫੀਮ ਦੀ ਖੇਤੀ ਹੋ ਰਹੀ ਹੈ, ਉੱਥੋਂ ਦੇ ਕਿਸਾਨਾਂ ਦੀ ਜਿਹੜੇ ਕਰ ਰਹੇ ਆ ਉਹਨਾਂ ਦੀ ਅਸਲੀ ਹਾਲਤ ਦਾ ਪਤਾ ਲਾਵੇ। ਬਿਲਕੁਲ ਜੀ, ਜ਼ਰੂਰ। ਦੂਜੇ ਨੰਬਰ ਤੇ ਜਿਹੜੀ ਅਫੀਮ ਦੀ ਖੇਤੀ ਹੈ ਉਹ ਇਦਾਂ ਦਾ ਹੈ ਨਹੀਂ ਵੀ ਜਿਵੇਂ ਝੋਨਾ ਬੀਜ ਲਓ ਸਾਰੇ, ਕਣਕ ਬੀਜ ਲਓ ਸਾਰੇ, ਉਹ ਤਾਂ ਕਾਨੂੰਨੀ ਅੜਚਣਾ ਹੈਗੀਆਂ ਉਹਦੇ 'ਚ, ਕਾਨੂੰਨੀ ਗੁੰਝਲਾਂ ਹੈਗੀਆਂ। ਕਾਨੂੰਨਨ ਸਰਕਾਰ ਰਕਬਾ ਨਿਸ਼ਚਿਤ ਕਰੇਗੀ, ਤੇ ਇੱਕ ਕਿਸਾਨ ਕਿੰਨੀ ਲਾ ਸਕਦਾ ਉਹ ਵੀ ਨਿਸ਼ਚਿਤ ਕਰੇਗੀ, ਠੀਕ ਹੈ। ਤੇ ਹੁਣ ਮੰਨ ਲਓ ਸਰਕਾਰ ਕਹਿੰਦੀ ਆ ਵੀ ਇੱਕ ਪਿੰਡ ਦੇ ਵਿੱਚ 4000 ਏਕੜ ਜ਼ਮੀਨ ਹੈ, ਤਾਂ ਉੱਥੇ 400 ਕਿੱਲੇ ਤੇ ਅਫੀਮ ਦੀ ਖੇਤੀ ਹੋਏਗੀ ਜੀ, ਤੇ 2.5 ਏਕੜ ਵਾਲਾ ਕਿਸਾਨ ਕਰ ਸਕੇਗਾ ਜੀ, ਹੈਨਾ। ਬਿਲਕੁਲ ਜੀ, ਐਦਾਂ। ਹੁਣ ਮੈਨੂੰ ਇਹ ਦੱਸੋ ਵੀ ਉਹਦੇ ਲਈ ਲਾਇਸੈਂਸਿੰਗ ਹੁੰਦੀ ਹੈ, ਲਾਇਸੈਂਸ ਚਾਹੀਦਾ ਕਾਨੂੰਨੀ ਰੂਪ ਦੇ ਵਿੱਚ। ਹੁਣ ਉਹ 400 ਏਕੜ ਕਿਹਦੇ ਹੋਣਗੇ ਜੀ, ਤੇ 2.5 ਕਿੱਲੇ ਵਾਲੇ ਕਿਸਾਨ ਨੂੰ ਲਾਇਸੈਂਸ ਕੌਣ ਦੇਊਗਾ? ਲਾਇਸੈਂਸ ਜਿਹੜੇ ਹੈਗੇ ਆ, ਇੱਥੇ ਤਾਂ ਮੋਟਰਸਾਈਕਲ ਦਾ ਲਾਇਸੈਂਸ ਵੀ ਜਿਹੜਾ ਹੈਗਾ ਪਹੁੰਚ ਨਾਲ ਬਣਦਾ। ਬਿਲਕੁਲ ਜੀ, ਬਿਲਕੁਲ। ਤੇ ਅਫੀਮ ਦੀ ਖੇਤੀ ਦਾ ਲਾਇਸੈਂਸ ਜਿਹੜਾ ਹੈਗਾ ਉਹ ਕਿਵੇਂ ਬਣ ਜੂ 2.5 ਏਕੜ ਵਾਲੇ ਦਾ? ਤਾਂ ਫਿਰ ਇਹ ਕਿਸਾਨ ਕਿਹੜੇ ਹੋਣਗੇ? ਵੱਡੇ ਕਿਸਾਨ ਵੱਡੇ ਹੋਣਗੇ, ਮਤਲਬ ਮੋਢਾ ਮੇਰਾ ਹੋਊਗਾ ਤੇ ਬੰਦੂਕ ਕਿਸੇ ਹੋਰ ਦੀ ਹੋਊਗੀ। ਤਾਂ ਇਹ ਜਿਹੜੇ ਲੋਕ ਕਿਸਾਨ ਯੂਨੀਅਨ ਵਾਲੇ ਜਾਂ ਡਾਕਟਰ ਧਰਮਵੀਰ ਗਾਂਧੀ ਵਰਗੇ ਜਿਹੜੇ ਵਿਦਵਾਨ ਕਹਾਉਂਦੇ ਆਪਣੇ ਆਪ ਨੂੰ, ਉਹਨਾਂ ਨੂੰ ਮੈਂ ਪੁੱਛਣਾ ਚਾਹਣਾ ਕਿ ਕਿਸਾਨਾਂ ਦਾ ਮੋਢਾ ਕਿਸੇ ਦੀ ਬੰਦੂਕ ਥੱਲੇ ਰੱਖਣ ਦਾ ਠੇਕਾ ਤੁਸੀਂ ਕਿਉਂ ਲਿਆ? ਤੁਹਾਨੂੰ ਇਹਦੇ 'ਚ ਕੀ ਲਾਭ ਹੈ? ਜਿਹੜਾ ਅਫੀਮ ਦੀ ਖੇਤੀ 'ਚ ਲਾਹਾ ਮਿਲੂਗਾ ਉਹ ਮਿਲੂਗਾ ਪੋਲੀਟੀਕਲ ਬੰਦਿਆਂ ਨੂੰ ਜੀ, ਜਿਨ੍ਹਾਂ ਦੀ ਪਹੁੰਚ ਹੈ ਜੀ, ਠੀਕ ਹੈ। ਉਹਦੇ ਵਿੱਚ ਕਾਂਗਰਸੀ ਵੀ ਹੋਣਗੇ, ਉਹਦੇ 'ਚ ਅਕਾਲੀ ਵੀ ਹੋਣਗੇ, ਉਹਦੇ 'ਚ ਖਹਿਰੇ ਦੇ ਬੰਦੇ ਵੀ ਹੋਣਗੇ, ਤੇ ਉਹਦੇ 'ਚ ਕੇਜਰੀਵਾਲ ਦੇ ਬੰਦੇ ਵੀ ਹੋਣਗੇ। ਇਹ ਲੋਕ ਉਹਦਾ ਲਾਹਾ ਲੈਣਗੇ ਦੂਜਿਆਂ ਦੇ ਮੋਢਿਆਂ ਤੇ ਬੰਦੂਕ ਰੱਖ ਕੇ। ਤਾਂ ਕੀ ਕਿਸਾਨ ਯੂਨੀਅਨਾਂ ਤੇ ਇਹੋ ਜਿਹੇ ਜਿਹੜੇ ਬੁੱਧੀਜੀਵੀ ਹੈਗੇ ਆ, ਉਹਨਾਂ ਨੂੰ ਕਿਸੇ ਪ੍ਰਕਾਰ ਦਾ ਕੋਈ ਉੱਪਰੋਂ ਨਿਰਦੇਸ਼ ਹੈ ਵੀ ਭਾਈ ਤੁਸੀਂ ਇੱਦਾਂ ਆਹ ਮੁੱਦਾ ਲੈ ਕੇ ਚੱਲੋ? ਹੋ ਕੀ ਰਿਹਾ ਇਸ ਦੇਸ਼ ਦੇ ਵਿੱਚ? ਤੁਸੀਂ ਪਿਛਲੇ 10-15 ਸਾਲਾਂ ਤੋਂ ਜੇ ਦੇਖੋ ਤਾਂ ਪਹਿਲਾਂ ਇੱਕ ਮੁੱਦਾ ਜਿਹੜਾ ਉਭਾਰਿਆ ਜਾਂਦਾ, ਉਭਾਰ ਕੇ ਫਿਰ ਉਹਨੂੰ ਲੈ ਲਿਆ ਜਾਂਦਾ ਵੀ ਇਹਦੇ ਬਾਰੇ ਲੋਕਾਂ ਦੀ ਰਾਏ ਆ, ਜਿਹੜਾ ਸਰਕਾਰ ਨੂੰ ਸੂਟ ਕਰਦਾ ਹੁੰਦਾ ਤਾਂ ਉਹਨੂੰ ਪਹਿਲਾਂ ਉਭਾਰਿਆ ਜਾਂਦਾ, ਲੋਕ ਰਾਏ ਬਣਾਈ ਜਾਂਦੀ ਆ ਉਹਦੇ ਤੇ। ਹੁਣ ਜਦੋਂ ਲੋਕ ਰਾਏ ਬਣ ਗਈ ਵੀ ਅਫੀਮ ਦੀ ਖੇਤੀ ਹੋਣੀ ਚਾਹੀਦੀ ਆ, ਤਾਂ ਇਹ ਕਰਵਾ ਵੀ ਸਕਦੇ ਆ। ਪਰ ਜੇ ਹੋ ਗਈ ਤਾਂ ਉਹਦਾ ਫਾਇਦਾ ਕਿਹਨੂੰ ਹੋਊਗਾ? ਸਵਾਲ ਇਹ ਹੈ। ਮੇਰਾ ਮੰਨਣਾ ਕਿ ਉਹਦਾ ਫਾਇਦਾ ਆਮ ਕਿਸਾਨ ਨੂੰ 1% ਵੀ ਨਹੀਂ ਹੋਣਾ। ਜਿਹੜੇ ਪੋਲੀਟੀਕਲ ਜਿਹੜੇ ਗਦਾਰ ਲੋਕ ਬੈਠੇ ਆ ਸਿਸਟਮ ਦੇ ਵਿੱਚ, ਉਹਨਾਂ ਨੂੰ ਉਹਦਾ ਫਾਇਦਾ ਹੋਣਾ। ਅੱਛਾ, ਪਰ ਦਬੜੀ ਖਾਨਾ ਸਾਹਿਬ ਇੱਕ ਗੱਲ ਦੱਸਿਓ, ਸਾਡੇ ਦਿਮਾਗ ਦੇ ਵਿੱਚ ਇਹ ਚੀਜ਼ ਫਿੱਟ ਕਿਉਂ ਕੀਤੀ ਗਈ ਆ
ਕਿ ਜੇਕਰ ਤੁਸੀਂ ਬਚਣਾ ਹੈ ਤੁਹਾਨੂੰ ਅਫੀਮ ਦੀ ਖੇਤੀ ਹੀ ਕਰਨੀ ਪਵੇਗੀ। ਉਹਨਾਂ ਨੇ ਆਪਣਾ ਫਾਇਦਾ ਦੇਖਣ ਦੇ ਲਈ ਕਿ ਤੁਹਾਡੇ ਵਾਲੀ ਗੱਲ ਕਿ ਕਿਸਾਨਾਂ ਦੇ ਮੋਢਿਆਂ ਤੇ ਰੱਖ ਕੇ ਚਲਾਉਣੀਆਂ ਨੇ, ਕਿਉਂ ਉਹਨਾਂ ਸਾਡੇ ਦਿਮਾਗ ਦੇ ਵਿੱਚ ਇਹ ਚੀਜ਼ ਫਿੱਟ ਕਿਉਂ ਕੀਤੀ ਗਈ ਹੈ? ਦੇਖੋ ਜੀ, ਪੰਜਾਬ ਦੇ ਜਿਹੜੇ ਹਾਲਾਤ ਆ, ਵਰਤਮਾਨ ਹਾਲਾਤ ਪਿਛਲੇ ਜੇ ਆਪਾਂ 20 ਸਾਲਾਂ ਤੋਂ ਦੇਖੀਏ, ਬਿਲਕੁਲ ਇਹਨਾਂ ਹਾਲਾਤਾਂ ਨੇ ਹੁਣ ਅਜਿਹੀ ਕਰਵਟ ਲਈ ਹੋਈ ਹੈ ਕਿ ਪੰਜਾਬ ਦਾ ਮਾਹੌਲ ਜਿਹੜਾ ਹੈਗਾ ਇੱਕ ਤਰ੍ਹਾਂ ਨਾਲ ਪ੍ਰੈਸ਼ਰ ਕੁੱਕਰ ਦੀ ਸੀਟੀ ਨਾਲ ਜਿਹੜੀ ਹੈਗੀ ਆ ਉਹ ਚੱਕੀ ਨਹੀਂ ਜਾ ਰਹੀ ਤੇ ਉਹ ਫਟ ਸਕਦਾ ਜੀ। ਇਹੋ ਜਿਹੇ ਮੁੱਦੇ ਉਭਾਰ ਕੇ ਸਿਰਫ ਸੀਟੀ ਚੱਕਣੀ ਹੈ, ਵਾਲਵ ਚੱਕ ਕੇ ਹਵਾ ਕੱਢਣੀ ਹੈ ਤਾਂ ਕਿ ਕੁੱਕਰ ਫਟੇ ਨਾ। ਤਾਂ ਆਮ ਕਿਸਾਨ ਨੂੰ, ਆਮ ਪੰਜਾਬੀ ਨੂੰ ਜਿਹੜਾ ਹੈਗਾ ਕਿਸੇ ਨਾ ਕਿਸੇ ਨਿੱਤ ਨਵੇਂ ਮੁੱਦੇ 'ਚ ਉਲਝਾ ਦਿਓ ਤਾਂ ਕਿ ਜਿਹੜੀਆਂ ਸਾਡੀਆਂ ਜਾਇਜ਼ ਜ਼ਰੂਰੀ ਤੇ ਲਾਜ਼ਮੀ ਮੰਗਾਂ ਉਹਨਾਂ ਵੱਲ ਕਿਸੇ ਦਾ ਧਿਆਨ ਹੀ ਨਾ ਜਾਵੇ। ਸਾਡੀ ਜਾਇਜ਼ ਜ਼ਰੂਰੀ ਤੇ ਲਾਜ਼ਮੀ ਮੰਗ ਕੀ ਹੈ ਕਿ ਸਾਨੂੰ ਦਰਿਆਈ ਪਾਣੀ ਦੇ ਨਾਲ ਸਾਡੀ ਖੇਤੀ ਹੋਵੇ, ਪੂਰੇ ਪੰਜਾਬ 'ਚ ਪੱਕੀਆਂ ਨਹਿਰਾਂ ਦਾ ਜਾਲ ਵਿਛਾਇਆ ਜਾਵੇ ਤੇ ਸਾਡਾ ਜਿਹੜਾ ਪਾਣੀ ਹੈ ਉਹ ਜਿਹੜਾ 20% ਸਾਡੇ ਕੋਲੇ ਹੈਗਾ ਉਹ 20 ਦਾ 20% ਸਾਡੇ ਕੋਲੇ ਰਵੇ। ਤੇ ਜੇ ਸਾਨੂੰ ਲੱਗਦਾ ਜ਼ਰੂਰੀ ਵੀ ਹੈ ਕਿ ਜਿਹੜਾ 80% ਸਾਡੇ ਤੋਂ ਧੱਕੇ ਨਾਲ ਲੈ ਗਏ ਉਹ ਵੀ ਅਸੀਂ ਵਾਪਸ ਉਹਦੇ ਤੇ ਦਾਅਵਾ ਕਰਕੇ ਉਹ ਪਾਣੀ ਜਿਹੜਾ ਹੈਗਾ ਉਹਦਾ ਇਸਤੇਮਾਲ ਕਰਦੇ ਹੋਏ ਪੰਜਾਬ ਦੀ ਖੇਤੀ ਨੂੰ ਇਹਨਾਂ ਸਬਮਰਸੀਬਲਾਂ ਤੋਂ ਛੁਟਕਾਰਾ ਦਿਵਾਈਏ। ਠੀਕ ਹੈ, ਸਾਡਾ ਗਰਾਊਂਡ ਵਾਟਰ ਥੱਲੇ ਚਲਾ ਗਿਆ। ਇਹਦੇ ਇਲਾਵਾ ਜਿਹੜੀ ਬਾਕੀ ਦੀ ਸਾਡੀ ਖੇਤੀ ਹੈ ਜਿਹਦੇ ਵਿੱਚ ਫਸਲਾਂ ਹੋ ਰਹੀਆਂ, ਉਹਨਾਂ ਫਸਲਾਂ ਦੇ ਉੱਤੇ MSP ਖਤਮ ਕਰ ਦਿੱਤਾ। ਜੀ ਬਿਲਕੁਲ, ਇਹ 1.5 ਸਾਲ ਦੇ ਵਿੱਚ ਗੱਲ ਕਲੀਅਰ ਆ। ਬਿਲਕੁਲ ਜੀ, ਵੀ ਤੁਹਾਡੀਆਂ ਫਸਲਾਂ MSP ਤੇ ਨਹੀਂ ਵਿਕਣਗੀਆਂ। ਤਾਂ ਉਹ ਇਹੋ ਜਿਹੇ ਜਿਹੜੇ ਮੁੱਦੇ ਸ਼ਾਇਦ ਤਾਂ ਉਭਾਰਦੇ ਆ ਕਿ ਆਉਣ ਵਾਲੇ ਟਾਈਮ 'ਚ ਜਦੋਂ ਅਸੀਂ ਆਹ ਕਾਰਨਾਮੇ ਕਰਾਂਗੇ ਤਾਂ ਉਦੋਂ ਲੋਕਾਂ ਦਾ ਧਿਆਨ ਉਹਨਾਂ ਕਾਰਨਾਮਿਆਂ ਵੱਲ ਜਾਵੇ ਹੀ ਨਾ, ਲੋਕ ਉਹਦੇ ਵਿਰੋਧ 'ਚ ਖੜੇ ਹੋਣ ਹੀ ਨਾ ਤੇ ਉਹਨਾਂ ਦਾ ਧਿਆਨ ਹੋਵੇ ਵੀ ਅਫੀਮ ਦੀ ਖੇਤੀ ਹੋਵੇ, ਅਫੀਮ ਦੀ ਖੇਤੀ ਹੋਵੇ। ਬਿਲਕੁਲ। ਅਤੇ ਕਿਸਾਨ ਇਸ ਵੇਲੇ ਜਿਹੜੀ ਕੁੜਿੱਕੀ 'ਚ ਫਸਿਆ ਹੋਇਆ ਆਰਥਿਕ ਪੱਖੋਂ, ਤੇ ਜੇ ਉਹਨੂੰ ਕੋਈ ਸਬਜ਼ ਬਾਗ ਦਿਖਾਏਗਾ ਕਿ ਤੇਰੀ ਅਫੀਮ ਦੀ ਖੇਤੀ ਤੈਨੂੰ ਤਾਰ ਦੇਗੀ, ਉਹਦੀ ਡਿਮਾਂਡ ਕਰੂ ਤਾਂ ਉਹ ਕਰਨ ਲੱਗ ਜਾਂਦੇ ਆ। ਕਿਸਾਨ ਤਾਂ ਭੋਲੇ ਆ। ਠੀਕ ਆ। ਇੱਕ ਗੱਲ ਹੋਰ ਦੱਸਿਓ, ਚਲੋ ਆਪਾਂ ਜੋ ਕਿਸਾਨ ਕਰ ਰਹੇ ਆ ਜੀ ਉਹਨਾਂ ਦੇ ਹਾਲਾਤਾਂ ਤੇ ਗੱਲ ਜ਼ਰੂਰ, ਕਿਉਂਕਿ ਤੁਸੀਂ ਜ਼ਰੂਰ ਸਰਚ ਕੀਤਾ ਹੋਣਾ, ਤੁਹਾਨੂੰ ਜ਼ਰੂਰ ਪਤਾ ਹੋਣਾ, ਖੁੱਲ੍ਹ ਕੇ ਜ਼ਰੂਰ ਦੱਸਿਓ ਉਹਨਾਂ ਦੇ ਹਾਲਾਤ ਕਿੰਨੀਆਂ ਕਨੇ ਕੋਠੀਆਂ ਪਾ ਲਈਆਂ, ਕਿੰਨੀਆਂ ਕਨੇ ਪੈਲੀਆਂ ਬਣਾ ਲਈਆਂ 100 ਕਿੱਲਾ 200 ਕਿੱਲੇ, ਕਿੰਨੀਆਂ ਕਨੇ ਵੱਡੀਆਂ ਗੱਡੀਆਂ ਲੈ ਲਈਆਂ, ਕਿੰਨੀਆਂ ਕਨੇ ਵੱਡੇ ਟਰੈਕਟਰ ਲੈ ਲਏ। ਉਹ ਜ਼ਰੂਰ ਦੱਸਿਓ ਜਿਹੜੇ ਕਿਸਾਨ ਅਫੀਮ ਦੀ ਖੇਤੀ ਕਰ ਰਹੇ ਆ, ਜਿਹੜੇ ਰਾਜਾਂ ਦੇ ਵਿੱਚ ਹੁੰਦੀ ਆ, ਉਹ ਦੱਸਿਓ ਉਹ ਕਿਸਾਨ ਕਿੰਨੇ ਕੁ ਤਕੜੇ ਹੋ ਗਏ। ਤੁਹਾਨੂੰ ਇੱਕ ਜਾਣਕਾਰੀ ਮੈਂ ਦੇਣੀ ਚਾਹਾਂਗਾ। ਜਦੋਂ ਅਫੀਮ ਦੀ ਖੇਤੀ ਬਾਰੇ ਗੱਲ ਆਈ ਤਾਂ ਮੇਰੇ WhatsApp ਗਰੁੱਪ ਹੈਗੇ ਆ, ਉਹਨਾਂ ਗਰੁੱਪਾਂ ਦੇ ਵਿੱਚ ਮੱਧ ਪ੍ਰਦੇਸ਼, ਰਾਜਸਥਾਨ, ਸਾਰੇ ਹਿੰਦੁਸਤਾਨ ਤੋਂ ਹੀ ਲੋਕ ਜੁੜੇ ਹੋਏ ਆ। ਤਾਂ ਉਹਨਾਂ ਵਿੱਚ ਕੁਝ ਉਹ ਕਿਸਾਨ ਵੀ ਹੈਗੇ ਆ ਜਿਹੜੇ ਉੱਥੇ ਸਰਕਾਰੀ ਤੌਰ ਤੇ ਅਫੀਮ ਦੀ ਖੇਤੀ ਕਰਦੇ ਪਏ ਆ। ਤਾਂ ਮੈਂ ਉਹਨਾਂ WhatsApp ਗਰੁੱਪਾਂ ਦੇ ਵਿੱਚੋਂ ਨੰਬਰ ਕੱਢ ਕੇ ਤੇ ਮੈਂ ਕੁਝ ਕਿਸਾਨਾਂ ਨੂੰ ਫੋਨ ਲਾਏ। ਉਹਨਾਂ ਨੂੰ ਮੈਂ ਪੁੱਛਿਆ ਵੀ ਭਾਈ ਅਫੀਮ ਦੀ ਖੇਤੀ ਦਾ ਮੈਨੂੰ ਗਣਿਤ ਸਮਝਾਓ। ਅੱਛਾ ਜੀ। ਉਹ ਕਹਿੰਦੇ ਜੀ ਪ੍ਰਤੀ ਏਕੜ ਕੋਈ ਆਪਣਾ 25 ਤੋਂ 40 ਕਿਲੋ ਅਫੀਮ ਨਿਕਲਦੀ ਆ ਪ੍ਰਤੀ ਏਕੜ ਜੀ। ਡੋਡਿਆਂ ਤੇ ਟੱਕ ਲਾਉਣ ਤੋਂ ਬਾਅਦ 25 ਤੋਂ 40 ਕਿਲੋ ਅਫੀਮ ਪ੍ਰਤੀ ਏਕੜ ਜਿਹੜੀ ਨਿਕਲਦੀ ਆ ਤੇ ਉਹਦਾ ਰੇਟ ਜਿਹੜਾ ਹੈਗਾ 2500 ਤੋਂ 3000 ਰੁਪਏ ਕਿਲੋ ਹੈ ਸਰਕਾਰੀ ਰੇਟ। ਇਹ ਉਹਨਾਂ ਕਿਸਾਨਾਂ ਦੇ ਦੱਸਣ ਦੀ ਗੱਲ ਹੈ, ਕੁਝ ਹੇਠਾਂ ਉੱਤੇ ਹੋ ਸਕਦਾ। ਠੀਕ ਹੈ। ਤਾਂ ਹੁਣ ਮੈਂ ਸੋਚਿਆ ਵੀ ਮੰਨ ਲਓ 40 ਕਿਲੋ ਅਫੀਮ ਨਿਕਲੀ, 3000 ਰੇਟ ਹੋ ਗਿਆ, ਕਿੰਨੇ ਦੀ ਹੋ ਗਈ? 1,20,000 ਦੀ। ਤੇ ਉਹਦੇ ਉੱਤੇ ਲੇਬਰ ਕਿੰਨੀ ਪੈ ਰਹੀ ਹੈ ਤੇ ਰਖਵਾਲੀ ਕਿੰਨੀ ਪੈ ਰਹੀ ਹੈ, ਉਹ ਸਾਰਾ ਕੁਝ ਜਦੋਂ ਕੈਲਕੂਲੇਟ ਕਰਦੇ ਆ ਤਾਂ ਕਿਸਾਨ ਦੇ ਲਈ ਅਫੀਮ ਦੀ ਖੇਤੀ ਬਹੁਤੀ ਲਾਹੇਵੰਦ ਹੈ ਨਹੀਂ। ਠੀਕ ਹੈ। ਤਾਂ ਫਿਰ ਮੈਂ ਉਹਨਾਂ ਨੂੰ ਪੁੱਛਿਆ ਵੀ ਫਿਰ ਜੇ ਐਡੀ ਹੀ ਗੱਲਬਾਤ ਹੈ ਤੇ ਅਫੀਮ ਦੀ ਖੇਤੀ ਚੱਲ ਕਿਵੇਂ ਰਹੀ ਹੈ? ਉਹਨੇ ਤਾਂ ਕੁਝ ਨਹੀਂ ਦੱਸਿਆ, ਪਰ ਮੈਨੂੰ ਜੋ ਸਮਝ ਆਉਂਦੀ ਹੈ ਵੀ ਜੇ 2-3 ਕਿਲੋ ਇੱਧਰ ਉੱਧਰ ਕਰਤੀਏ ਜੀ ਬਿਲਕੁਲ, ਤਾਂ ਉਹ 2-3 ਕਿਲੋ ਭਾਈ ਫਿਰ ਘੱਟੋ ਘੱਟ ਰੇਟ ਤੇ ਵੀ ਵੇਚ ਗਏ ਤਾਂ 6-7 ਲੱਖ ਦੀ ਬਣ ਜੂਗੀ। ਤਾਂ ਜਿਹੜਾ ਕਿਸਾਨ ਬਾਈ ਆਪ ਸਮਝ ਲਓ ਵੀ ਜੇ ਆਪ ਦੇ ਰਿਸਕ ਤੇ ਤੁਸੀਂ 2-3 ਕਿਲੋ ਅਫੀਮ 5 ਕਿਲੋ ਅਫੀਮ ਇੱਧਰ ਉੱਧਰ ਕਰਦੇ ਹੋ ਸਰਕਾਰ ਦੀ ਨਜ਼ਰ ਤੋਂ ਬਾਹਰ,
ਫਿਰ ਤਾਂ ਅਫੀਮ ਦੀ ਖੇਤੀ ਤੁਹਾਡੇ ਲਈ ਫਾਇਦੇਮੰਦ ਹੈ। ਤੇ ਜੇ ਸਰਕਾਰ ਦੇ ਬੰਨੇ ਰੇਟ ਤੇ ਵੇਚਣੀ ਹੈ ਤੇ ਫਿਰ ਤੁਸੀਂ ਆਪ ਦਾ ਹਿਸਾਬ ਲਾ ਲਓ ਵੀ ਕਿੰਨੀ ਕੁ ਫਾਇਦੇਮੰਦ ਆ। ਪਤਾ ਲੱਗੇ ਵੀ ਅੱਗਾ ਦੌੜ ਤੇ ਪਿੱਛਾ ਚੌੜ। ਅਫੀਮ ਦੀ ਖੇਤੀ ਨੇ ਪੱਲੇ ਕੱਖ ਪਾਇਆ ਨਹੀਂ ਤੇ ਝੋਨੇ ਤੋਂ ਵੀ ਗਏ, ਕਣਕ ਤੋਂ ਵੀ ਗਏ। ਕਣਕ ਦੇ ਟਾਈਮ 'ਚ ਹੁੰਦੀ ਆ ਅਫੀਮ ਦੀ ਖੇਤੀ। ਅੱਛਾ, ਇਹ ਸਾਲ ਦੀ ਫਸਲ ਆ ਜਾਂ 6 ਮਹੀਨੇ ਦੀ ਫਸਲ ਆ? ਇਹਦੇ ਬਾਰੇ ਜ਼ਰੂਰ 6 ਮਹੀਨਿਆਂ ਦੀ ਤਾਂ 6 ਹੈਗੀ ਮਹੀਨੇ ਦੀ ਫਸਲ ਹੈਗੀ। ਇਹ ਜਦੋਂ ਕਣਕ ਬੀਜਦੇ ਆ ਲੋਕ, ਕਈ ਲੋਕ ਸ਼ਰਾਰਤੀ ਹੁੰਦੇ ਆ, ਥੋੜੇ ਮੋਟੇ ਕਿਤੇ ਬੀਜ ਲੈਂਦੇ ਆ ਜੀ। ਉਹ ਜਦੋਂ ਕਣਕ ਬੀਜਦੇ ਆ ਅਕਤੂਬਰ ਦੇ ਵਿੱਚ ਮਾੜੀ ਮੋਟੀ ਲਾ ਲੂ ਲੈਂਦੇ ਆ ਤੇ ਉਹ ਕਣਕ ਦੇ ਪਕਾ ਦੇ ਨਾਲ ਹੀ ਉਹ ਪੱਕ ਪੁੱਕ ਜਾਂਦੀ ਆ। ਅੱਛਾ, ਇਹ ਤਾਂ ਫਿਰ ਇੱਕ ਗੱਲ ਹੋਰ 6-7 ਮਹੀਨੇ ਤਾਂ ਲੈਂਦੀ ਆ। ਤੁਹਾਡੀਆਂ ਗੱਲਾਂ ਤੋਂ ਇੱਕ ਗੱਲ ਹੋਰ ਦਾਵੜੀ ਖਾਨਾ ਸਾਹਿਬ ਦੇ ਸਾਹਮਣੇ ਆਉਂਦੀ ਹੈ ਕਿ ਇਹ ਤਾਂ ਜੇ ਹੁਣ ਫਿਰ ਕਿਸਾਨਾਂ ਤੇ ਇੱਕ ਚੋਰ ਦਾ ਥੱਪਾ ਵੀ ਲੱਗ ਦੂ ਜੇ ਇਹ ਕਿਸਾਨ ਕਰਦੇ ਆ, ਕਿਉਂਕਿ ਕਹਿੰਦੇ ਨੇ ਕਿ ਪਾਸੇ ਕਰਕੇ ਵੇਚਦੇ ਆ, ਤਾਂ ਫਿਰ ਉਹੀ ਕਹਿੰਦੇ ਇੱਕ ਠੱਪਾ ਫਿਰ ਚੋਰੀ ਦਾ ਵੀ ਲੱਗ ਜਾਣਾ ਆ ਕਿ ਪਾਸੇ ਕਰਕੇ ਆਪਦੇ ਰੇਟ ਦੇ ਵਿੱਚ ਵੇਚੀ ਜਾਂਦੇ ਆ। ਨਹੀਂ, ਬਲੈਕ ਹੀ ਬਣਨਾ ਤਾਂ ਬੇਸ਼ੱਕ ਬਣੋ ਜੀ। ਇਹੀ ਕਸਰ ਰਹਿ ਗਈ ਹੈਗੀ ਆ ਵੀ ਹੁਣ ਤੁਸੀਂ ਖੇਤੀ ਕਰਦੇ ਬਲੈਕ ਹੀ ਬਣੋ, ਠੀਕ ਹੈ। ਕਿਉਂਕਿ ਅਫੀਮ ਦੀ ਖੇਤੀ ਦੇ ਵਿੱਚ ਸਿੱਧਾ ਤੁਹਾਨੂੰ ਕੋਈ ਫਾਇਦਾ ਨਹੀਂ ਹੋਣ ਵਾਲਾ। ਜੇ ਤੁਸੀਂ 2-4-5 ਕਿਲੋ ਅਫੀਮ ਇੱਧਰ ਉੱਧਰ ਕਰੋਗੇ ਤਾਂ ਤੁਹਾਨੂੰ ਪੈਸੇ ਬਣਨੇ ਆ ਜੀ, ਠੀਕ ਹੈ। ਉਹਨੂੰ ਬਲੈਕ ਕਹਿੰਦੀ ਹੈ ਸਰਕਾਰ ਜੀ। ਤਾਂ ਉਹ ਜਿਹੜੀ ਬਲੈਕ ਹੈਗੀ ਆ, ਆਮ 2.5 ਏਕੜ ਵਾਲਾ ਬੰਦਾ ਜਿਗਰਾ ਕਿੱਥੋਂ ਲਿਆਊਗਾ? ਉਹ ਬਲੈਕ ਕੌਣ ਕਰੂਗਾ? ਚਿੱਟੇ ਨੀਲੇ ਹੀ ਕਰਨਗੇ। ਬਿਲਕੁਲ, ਉਹ ਹੁਣ ਤੱਕ ਉਹ ਕਰੀ ਵੀ ਜਾਂਦੇ ਆ, ਕਰਦੇ ਰਹੇ। ਜਦੋਂ ਕੋਈ ਬਲੈਕ ਹੀ ਫੜਿਆ ਜਾਂਦਾ ਉਹਨੂੰ ਕੌਣ ਛਡਾਉਂਦਾ? ਇਲਾਕੇ ਦਾ MLA, ਠੀਕ ਹੈ। ਤੇ ਜਦੋਂ ਅਫੀਮ ਦੀ ਖੇਤੀ ਹੋਊਗੀ ਤਾਂ ਉਹ ਵੀ ਇਲਾਕੇ ਦੇ MLA ਦੀ ਹੀ ਹੋਊਗੀ, ਬੰਦੂਕ ਉਹਦੀ ਹੋਊਗੀ, ਮੋਢਾ ਮੇਰੇ ਕਿਸਾਨ ਦਾ ਹੋਊਗਾ, ਠੀਕ ਹੈ। ਤਾਂ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਖਤਰਾ ਵੀ ਨਹੀਂ ਹੁੰਦਾ ਵੇਚਣ ਬਚਾਉਣ 'ਚ ਜੀ, ਠੀਕ ਹੈ। ਉਹਨਾਂ ਦੀ ਪੁਲਿਸ ਹੁੰਦੀ ਹੈ, ਉਹਨਾਂ ਨੇ ਸਮਗਲਿੰਗ ਕਰਨੀ ਹੁੰਦੀ ਹੈ ਤੇ ਉਹ ਕਰੀ ਜਾਣਗੇ ਤੇ ਕਿਸਾਨ ਮਰੀ ਜਾਣਗੇ। ਅੱਛਾ, ਇੱਕ ਗੱਲ ਹੋਰ ਦੱਸਿਓ, ਜੇ ਆਪਾਂ ਸਿੱਧੀ ਜੀ ਗੱਲ ਕਰੀਏ ਕਿ ਜਿਵੇਂ ਕਿਸਾਨ ਆਮਦਨ ਤੇ ਜਾਂਦੇ ਆ ਕਿ ਜੇਕਰ ਸ਼ੁਰੂਆਤ ਕਿਸਾਨ ਖੇਤ ਵਿੱਚ ਬੀਜਣ ਤੋਂ ਲੈ ਕੇ ਜਦੋਂ ਤੱਕ ਇਹਦਾ ਮੰਡੀਕਰਨ ਹੁੰਦਾ ਆ ਜਾਂ ਮੰਡੀਕਰਨ ਕਰਨਾ ਆ, ਆਪਾਂ ਸਾਂਭ ਸੰਭਾਲ ਕਰਨੀ ਆ, ਲੋਕਾਂ ਤੱਕ ਪਹੁੰਚਾਉਣੀ ਆ, ਠੀਕ ਹੈ, ਕਿੰਨਾ ਕੁ ਬਚਤ ਕਿਸਾਨ ਨੂੰ ਹੋਊਗੀ ਪ੍ਰਤੀ ਏਕੜ ਦੇ ਵਿੱਚੋਂ ਜੇ ਆਪਾਂ ਗੱਲਬਾਤ ਕਰੀਏ? ਸਵਾਲ ਤਾਂ ਉਹੀ ਹੈ ਕਿ ਇਹਨੂੰ ਸਰਕਾਰ ਨੇ ਖਰੀਦਣਾ ਮੰਡੀ 'ਚ ਤਾਂ ਜਾਣੀ ਨਹੀਂ। ਐਸਟੀਮੇਟ ਪ੍ਰੋਡਕਸ਼ਨ ਕਿੰਨੀ ਹੈ, ਐਸਟੀਮੇਟਡ ਪ੍ਰੋਡਕਸ਼ਨ, ਉਹ ਸਰਕਾਰ ਨੂੰ ਧਿਆਨ 'ਚ ਆ, ਠੀਕ ਹੈ। ਹੁਣ ਰੇਟ ਵੀ ਤੈਅ ਕੀਤਾ ਹੋਇਆ, ਉਸੇ ਰੇਟ ਤੇ ਸਰਕਾਰ ਨੇ ਸੰਬੰਧਿਤ ਬੰਦੇ ਤੋਂ ਅਫੀਮ ਚੱਕ ਲੈਣੀ ਹੈ ਜਿੱਥੇ ਬਿਜਵਾਈ ਹੋਈ ਹੈ, ਠੀਕ ਹੈ। ਮੰਨ ਲਓ ਵੀ 1,20,000 ਦੀ ਅਫੀਮ ਸਰਕਾਰ ਨੇ ਚੱਕ ਲਈ ਜੀ ਇੱਕ ਕਿੱਲੇ ਦੇ ਵਿੱਚੋਂ ਪ੍ਰੋਡਕਸ਼ਨ ਦੇ ਹਿਸਾਬ ਨਾਲ, ਤੇ ਉਹਦੇ ਉੱਤੇ ਖਰਚਾ ਆ ਗਿਆ 35-40,000 ਜੀ, ਠੀਕ ਹੈ। ਤਾਂ ਤੁਹਾਡਾ ਜਿਹੜਾ ਹੈਗਾ 80,000 ਦਾ ਹੋ ਗਿਆ ਕੰਮ, ਠੀਕ ਹੈ। ਬਿਲਕੁਲ। ਤਾਂ ਇਹ ਉਦੋਂ ਹੋਊਗਾ ਜਦੋਂ ਸਹੀ ਰੇਟ ਤੇ ਤੁਸੀਂ ਦੇ ਰਹੇ ਹੋ ਇੱਕ ਨੰਬਰ ਦੇ ਕੰਮ 'ਚ, ਤਾਂ 70-80,000 ਰੁਪਇਆ ਤੁਹਾਨੂੰ ਉਹ ਛੱਡ ਸਕਦਾ। ਇਹ 70-80,000 ਦਾ ਮਤਲਬ ਹੈਗਾ ਵੀ ਤੁਹਾਡੀ ਕਣਕ ਜਿਹੜੀ ਹੈਗੀ ਹੈ ਉਹਦੇ ਨਾਲੋਂ ਦੁੱਗਣੀ ਕਮਾਈ ਹੈ ਜੀ ਜੀ ਜੀ, ਠੀਕ ਹੈ। ਤੇ ਮੈਨੂੰ ਇਹ ਦੱਸੋ ਕਿ ਇੱਕ ਫੂਡ ਕ੍ਰੌਪ ਛੱਡ ਕੇ ਬਿਲਕੁਲ ਅਫੀਮ ਦੀ ਖੇਤੀ ਕਰਨਾ ਕਿੰਨਾ ਕੁ ਤਰਕ ਸੰਗਤ ਤੇ ਸਿਆਣਪ ਵਾਲਾ ਫੈਸਲਾ? ਮੇਰਾ ਕਹਿਣਾ ਇਹ ਹੈ ਕਿ ਅਫੀਮ ਦੀ ਖੇਤੀ ਭਾਵੇਂ ਸਾਨੂੰ ਕਣਕ ਨਾਲੋਂ ਦੁੱਗਣੇ ਪੈਸੇ ਦੇ ਦੇ ਇੱਕ ਨੰਬਰ ਦੇ ਵਿੱਚ, ਕੀ ਸਾਨੂੰ ਕਣਕ ਉਗਾਉਣੀ ਬੰਦ ਕਰ ਦੇਣੀ ਚਾਹੀਦੀ ਹੈ? ਪਹਿਲਾ ਸਵਾਲ ਇਹ। ਦੂਜੀ ਗੱਲ, ਅੱਜ ਜੇ ਅਸੀਂ ਪ੍ਰਾਈਸ ਇੰਡੈਕਸ ਨੂੰ ਦੇਖੀ 1970 ਦੇ ਵਿੱਚ ਜਿਹੜਾ ਸਾਡਾ ਆਰਥਿਕ ਸਿਸਟਮ ਸੀ ਉਹਦੇ ਹਿਸਾਬ ਨਾਲ ਜਿਹੜੀ ਮਹਿੰਗਾਈ ਵੱਧਦੀ ਹੈ, ਉਸ ਮਹਿੰਗਾਈ ਦਰ ਦੇ ਹਿਸਾਬ ਨਾਲ ਕੀ ਸਾਡੀਆਂ ਫਸਲਾਂ ਦਾ ਰੇਟ ਉਸ ਅਨੁਪਾਤ 'ਚ ਵਧਿਆ? ਬਿਲਕੁਲ ਵੀ ਨਹੀਂ। ਡਾਕਟਰ ਦਵਿੰਦਰ ਸ਼ਰਮਾ ਹੈਗੇ ਇੱਕ ਖੇਤੀਬਾੜੀ ਦੇ ਉੱਘੇ ਐਨਾਲਿਸਟ ਆ, ਬਹੁਤ ਵਧੀਆ ਮਾਹਰ, ਠੀਕ ਆ, ਪੰਜਾਬੀ ਬੰਦੇ ਆ ਜੀ, ਮੁਹਾਲੀ ਰਹਿੰਦੇ ਆ ਜੀ। ਤਾਂ ਉਹਨਾਂ ਨੇ ਇੱਕ ਆਕਲਨ ਕੀਤਾ, ਮੁਲਾਂਕਣ ਕੀਤਾ ਕਿ 40 ਵਰ੍ਹੇ ਪਹਿਲਾਂ ਜੀ ਇੱਕ ਜਿਹੜੀ ਸਰਕਾਰੀ EMPLOYE ਦੀ ਤਨਖਾਹ ਸੀ 40 ਵਰ੍ਹੇ ਪਹਿਲਾਂ ਦੇ ਮੁਕਾਬਲੇ ਅੱਜ ਉਹ 120 ਗੁਣਾ ਤੋਂ ਲੈ ਕੇ 320 ਗੁਣਾ ਵੱਧ ਚੁੱਕੀ ਹੈ ਜੀ। ਤੇ ਇਸੇ ਸਮੇਂ ਦੌਰਾਨ ਜਿਹੜਾ ਸਾਡੀਆਂ ਫਸਲਾਂ ਦਾ ਰੇਟ ਹੈ ਉਹ ਉਸ ਅਨੁਪਾਤ 'ਚ ਕਿਤੇ ਵੀ ਨਹੀਂ ਹੈਗਾ, ਉਹਦੇ ਨੇੜੇ ਤੇੜੇ ਵੀ ਨਹੀਂ ਹੈਗਾ।
ਉਹਨਾਂ ਦਾ ਕਹਿਣਾ ਹੈ ਕਿ ਜੇ ਸਾਡੀਆਂ ਫਸਲਾਂ ਦਾ ਰੇਟ 100 ਗੁਣਾ ਵੀ ਵੱਧ ਜਾਂਦਾ ਤਾਂ ਉਸ ਹਿਸਾਬ ਨਾਲ ਅੱਜ ਕਣਕ ਦਾ ਰੇਟ ਪ੍ਰਤੀ ਕੁਆਂਟਲ 7600 ਰੁਪਏ ਹੋਣਾ ਚਾਹੀਦਾ ਤੇ ਝੋਨੇ ਦਾ ਰੇਟ ਪ੍ਰਤੀ ਕੁਆਂਟਲ 5100 ਰੁਪਏ ਹੋਣਾ ਚਾਹੀਦਾ। ਆ ਜਿਹੜੇ ਅਫੀਮ ਦੀ ਖੇਤੀ ਦੀ ਪੀਪਣੀ ਚੱਕੀ ਫਿਰਦੇ ਆ, ਕਿਸਾਨਾਂ ਦੇ ਕੰਨਾਂ 'ਚ ਫੂਕਦੇ ਫਿਰਦੇ ਆ, ਉਹਨਾਂ ਨੂੰ ਮੈਂ ਇਹ ਗੱਲ ਪੁੱਛਦਾ ਹਾਂ ਵੀ ਤੁਸੀਂ ਇਸ ਮੁੱਦੇ ਤੇ ਕਿਉਂ ਨਹੀਂ ਲੜਾਈ ਲੜਦੇ ਵੀ ਸਾਨੂੰ ਸਾਡੀ ਜਿਣਸ ਦਾ ਸਹੀ ਰੇਟ ਦਿਓ, ਬੰਦੇ ਦੇ ਪੁੱਤ ਬਣ ਕੇ ਸਾਨੂੰ ਸਾਡੀ ਜਿਣਸ ਦਾ ਸਹੀ ਰੇਟ ਮਿਲੇ ਨਾ ਤੇ ਅਸੀਂ ਅਫੀਮ ਦੀ ਖੇਤੀ ਕਰਕੇ ਇਹ ਸੁਪਨਾ ਪਾਲ ਲਈਏ ਵੀ ਅਸੀਂ ਅਮੀਰ ਹੋ ਜਾਵਾਂਗੇ। ਜੀ ਜੀ, ਜੇ ਸਾਡੀ ਕਣਕ ਹੀ 7600 ਨੂੰ ਕੁਆਂਟਲ ਵਿਕ ਜੇ, ਬਿਲਕੁਲ, ਝੋਨਾ 5100 ਨੂੰ ਕੁਆਂਟਲ ਵਿਕ ਜੇ ਤੇ ਸਾਡੇ ਤਾਂ ਵਾਰੇ ਨਹੀਂ ਰਹੀਆਂ। ਹੁਣ 1900 ਨੂੰ ਕੁਆਂਟਲ ਵਿਕਦੀ ਹੈ, ਬਿਲਕੁਲ ਜੀ, ਤੇ ਉਹਦਾ ਕਿਸਾਨ ਨੂੰ ਵਟਿਆ ਜਾਂਦਾ 40-45 ਹਜ਼ਾਰ ਰੁਪਇਆ, 45 ਹਜ਼ਾਰ। ਤੇ ਜੇ ਉਹ 7600 ਨੂੰ ਕੁਆਂਟਲ ਵਿਕੇ ਤਾਂ ਕਿੰਨੇ ਪੈਸੇ? ਚਾਰ ਗੁਣਾ ਪੈਸੇ ਵੱਧ ਗਏ, ਬਿਲਕੁਲ, 4 ਗੁਣਾ ਪੈਸੇ। ਬਿਲਕੁਲ, ਤਾਂ ਇਹਦਾ ਮਤਲਬ ਹੈ ਕਣਕ ਹੀ 2 ਲੱਖ ਦੀ ਹੋ ਜੂ ਕਿੱਲੇ ਚੋਂ। ਜੀ, ਸਾਨੂੰ ਜ਼ਰੂਰਤ ਹੀ ਨਹੀਂ, ਸਾਨੂੰ ਕੀ ਲੋੜ ਆ? ਅੱਛਾ, ਇੱਕ ਗੱਲ ਹੋਰ ਦੱਸਿਓ, ਸਾਨੂੰ ਸਿਰਫ ਇਹ ਚੀਜ਼ ਦੱਸੀ ਜਾਂਦੀ ਹੈ ਕਿ ਅਫੀਮ ਦੀ ਖੇਤੀ ਸਾਨੂੰ ਬਚਾ ਸਕਦੀ ਹੈ। ਹੁਣ ਜਿਵੇਂ ਆਪਾਂ ਸੰਖੇਪ ਦੇ ਵਿੱਚ ਗੱਲਬਾਤ ਕੀਤੀ ਆ, ਆਪਾਂ ਖਰਚੇ ਤੋਂ ਲੈ ਕੇ ਸਾਂਭ ਸੰਭਾਲ ਤੱਕ ਪੂਰੀ ਗੱਲ ਕੀਤੀ ਹੈ ਕਿ ਜੇਕਰ ਸਾਈਡ ਤੇ ਵੇਚੋਗੇ, ਇੱਕ ਬਲੈਕੀ ਦਾ ਠੱਪਾ ਲਗਾਓਗੇ ਤਾਂ ਫਿਰ ਤੁਸੀਂ ਚਲੋ ਭਾਈ ਕੁਝ ਆਪਦੇ ਪੱਲੇ ਪਾ ਸਕਦੇ ਹੋ। ਸਾਨੂੰ ਇਹ ਚੀਜ਼ਾਂ ਕਿਉਂ ਨਹੀਂ ਅਸਲ ਦੇ ਵਿੱਚ ਸੰਖੇਪ ਦੇ ਵਿੱਚ ਵਿਸਥਾਰ ਦੇ ਵਿੱਚ ਯੂਨੀਵਰਸਿਟੀਆਂ ਦੁਆਰਾ, ਵੱਡੀਆਂ ਵੱਡੀਆਂ ਜਥੇਬੰਦੀਆਂ ਦੁਆਰਾ, ਜਾਂ ਤੁਹਾਡੇ ਵਾਲੀ ਗੱਲ ਜਿਹੜੇ ਬੁੱਧੀਜੀਵੀ ਗੱਲ ਕਰਦੇ ਆ, ਪੀਪਣੀ ਵਜਾਉਂਦੇ ਆ, ਉਹਨਾਂ ਦੁਆਰਾ ਇਹ ਗੱਲਾਂ ਅਸਲ ਦੇ ਵਿੱਚ ਸਮਝਾਈਆਂ ਕਿਉਂ ਨਹੀਂ ਜਾਂਦੀਆਂ ਕਿ ਜੇਕਰ ਤੁਸੀਂ ਭਾਈ ਇਹ ਖੇਤੀ ਕਰੋਗੇ, ਬੀਜੋਗੇ ਤਾਂ ਤੁਹਾਨੂੰ ਇੰਨੀ ਕੁ ਬਚਤ ਹੋਣੀ ਆ, ਆਹ ਤੁਹਾਡਾ ਖਰਚਾ ਹੋਣਾ, ਇਸ ਹਿਸਾਬ ਨਾਲ ਜਿਹੜੀ ਆ ਤੁਹਾਨੂੰ ਬੀਜਣੀ ਪੈਣੀ ਆ, ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿੰਦੇ ਹੋ। ਇਹ ਚੀਜ਼ਾਂ ਦਬੜੀ ਖਾਨਾ ਸਾਹਿਬ ਕਿਉਂ ਨਹੀਂ ਸਮਝਾਈਆਂ ਜਾਂਦੀਆਂ? ਦੇਖੋ ਜੀ, ਇਹਦੇ ਪਿੱਛੇ 2 ਕਾਰਨ ਹੋ ਸਕਦੇ ਆ। ਪਹਿਲਾ, ਉਹਨਾਂ ਨੂੰ ਸਮਝ ਨਹੀਂ ਹੈਗੀ, ਤੇ ਦੂਜਾ ਉਹ ਪ੍ਰੋਗਰਾਮ ਦਾ ਜੀ, ਜਾਂ ਤਾਂ ਉਹਨਾਂ ਨੂੰ ਸਮਝ ਨਹੀਂ ਹੈਗੀ ਜਾਂ ਉਹ ਕਿਸੇ ਦੇ ਚਲਾਇਆ ਚੱਲਦੇ ਆ, ਕਿਸੇ ਦੇ ਬੁਲਾਇਆ ਬੋਲਦੇ ਆ ਜੀ। ਦੋਨੇ ਗੱਲਾਂ ਹੀ ਖਤਰਨਾਕ ਜੀ, ਨਾ ਸਮਝ ਆਗੂ ਨਾਲੋਂ ਬਿਨਾ ਆਗੂ ਤੋਂ ਹੀ ਕੌਮ ਚੰਗੀ ਹੈ। ਠੀਕ ਹੈ। ਤੇ ਜੇ ਉਹ ਗਦਾਰ ਹੈ, ਕਿਸੇ ਦੇ ਚਲਾਇਆ ਚੱਲਦਾ ਪਿਆ, ਉਹਦੇ ਪਿੱਛੇ ਕੋਈ ਹੋਰ ਹੈ, ਤੇ ਉਹਨੂੰ ਲੀਡਰ ਮੰਨਣਾ ਹੀ ਨਹੀਂ ਚਾਹੀਦਾ। ਬਿਲਕੁਲ, ਚਾਹੇ ਉਹ ਕਿਸਾਨ ਯੂਨੀਅਨ ਹੋਵੇ ਤੇ ਚਾਹੇ ਡਾਕਟਰ ਧਰਮਵੀਰ ਗਾਂਧੀ ਹੋਵੇ। ਜੇ ਨਾ ਸਮਝ ਆ ਤਾਂ ਵੀ ਸਾਡੇ ਲਈ ਖਤਰਨਾਕ ਹੈ, ਤੇ ਜੇ ਉਹ ਕਿਸੇ ਦੇ ਚਲਾਇਆ ਚੱਲ ਰਿਹਾ ਤਾਂ ਫਿਰ ਉਹ ਸਾਡੇ ਲਈ 10 ਗੁਣਾ ਜ਼ਿਆਦਾ ਖਤਰਨਾਕ ਹੈ। ਇਹ ਹੈ ਕਹਾਣੀ। ਅੱਛਾ, ਪੰਜਾਬ ਦੇ ਕਿਸਾਨ ਦਬੜੀ ਖਾਨਾ ਸਾਹਿਬ, ਕਿਉਂਕਿ ਤੁਸੀਂ ਕਿਸਾਨੀ ਨੂੰ ਬੜੀ ਨੇੜੇ ਤੋਂ ਜਾਣਦੇ ਹੋ, ਕਿਸਾਨਾਂ ਨੂੰ ਬੜੀ ਨੇੜੇ ਤੋਂ ਜਾਣਦੇ ਹੋ, ਤੁਹਾਨੂੰ ਵੀ ਕਿਸਾਨ ਮਿਲਦੇ ਆ, ਤੁਹਾਨੂੰ ਕਹਿੰਦੇ ਆ ਕਿ ਦਬੜੀ ਖਾਨਾ ਸਾਹਿਬ ਸਾਡਾ ਜੇ ਇਹ ਖੇਤੀ ਬਾਰੇ ਗੱਲਬਾਤ ਕਦੇ ਕਰਦੇ ਆ, ਅਫੀਮ ਦੀ ਖੇਤੀ ਬਾਰੇ, ਜਿਹੜੇ ਤੁਹਾਡੇ ਜਾਣਕਾਰ ਨੇ, ਜਿਹੜੇ ਕਿਸਾਨ ਵੀਰ ਤੁਹਾਡੇ ਨਾਲ ਜੁੜੇ ਹੋਏ ਨੇ? ਮੇਰੇ ਨਾਲ ਆਮ ਕਿਸਾਨ ਜੁੜੇ ਹੋਏ ਆ, ਖਾਸ ਬੰਦਿਆਂ ਨਾਲ ਮੈਂ ਵਰਤਦਾ ਨਹੀਂ ਜੀ, ਠੀਕ ਹੈ। ਤਾਂ ਇੱਕ ਵੀ ਆਮ ਕਿਸਾਨ ਅਫੀਮ ਦੀ ਖੇਤੀ ਬਾਰੇ ਕਦੇ ਗੱਲ ਨਹੀਂ ਕਰਦਾ। ਉਹਨੂੰ ਆਪਦੀਆਂ ਆਹ ਸਮੱਸਿਆਵਾਂ, ਆਹ ਫਸਲਾਂ ਦੇ ਨਾਲ ਜੁੜੇ ਹੋਏ ਸਵਾਲ ਉਹੀ ਉਹਨੂੰ ਵੇਲ ਨਹੀਂ ਮਿਲਣ ਦਿੰਦੇ। ਇਹ ਜਿਹੜੀ ਅਫੀਮ ਦੀ ਖੇਤੀ ਦੀ ਗੱਲ ਕਰਦੇ ਪਏ ਆ, ਇਹ ਮੁੱਠੀ ਭਰ ਲੋਕ ਆ, ਇਹ ਕਿਸਾਨ ਯੂਨੀਅਨਾਂ ਦੇ ਲੋਕ ਆ ਤੇ ਉਹਨਾਂ ਦੇ ਨੁਮਾਇੰਦੇ ਆ, ਉਹੀ ਕਰਦੇ ਪਏ ਆ। ਮਤਲਬ ਆਮ ਲੋਕਾਂ ਨੂੰ ਭੇਡਾਂ ਸਮਝਦੇ ਆ ਇਹ। ਬਿਲਕੁਲ, ਆਪ ਇਹ ਆਜੜੀ ਬਣੇ ਹੋਏ ਆ ਵੀ ਆਜੜੀ ਜਿੱਧਰ ਨੂੰ ਹੱਕ ਲੈ ਭੇਡ ਉਧਰ ਨੂੰ ਤੁਰ ਪਏ ਜੀ। ਉਹ ਭਰਾਵੋ, ਕੁਛ ਸਾਡੇ ਵਰਗੇ ਵੀ ਹੈਗੇ ਜਿਹੜੇ ਭੇਡਾਂ ਨਹੀਂ ਹੈਗੇ। ਅਸੀਂ ਜਿਹੜਾ ਹੈਗਾ ਤੁਹਾਡੇ ਜਿਹੜੇ ਮਨਸੂਬੇ ਹੈਗੇ ਆ ਉਹਨਾਂ ਨੂੰ ਇਦਾਂ ਹੀ ਪਰਦਾ ਤੁਹਾਡਾ ਫਾਸ਼ ਕਰਾਂਗੇ। ਤਾਂ ਤੁਸੀਂ ਲੋਕਾਂ ਨੂੰ ਭੇਡਾਂ ਸਮਝ ਕੇ ਹੱਕੀ ਫਿਰਦੇ ਰਹਿੰਦੇ ਹੋ, ਕਦੇ ਇੱਧਰ ਚੱਲ ਪਓ, ਕਦੇ ਉੱਧਰ ਚੱਲ ਪਓ। ਕੋਈ ਕੰਮ ਦੀ ਗੱਲ, ਕੋਈ ਤੁਸੀਂ ਖੁਦ ਐਨਾਲਿਸਿਸ ਨਹੀਂ ਕੀਤਾ, ਉਹਦੀ ਡੂੰਘਾਈ 'ਚ ਨਹੀਂ ਗਏ, ਤੇ ਬਿਨਾਂ ਡੂੰਘਾਈ 'ਚ ਗਏ ਹੁਣ ਜੀ ਐਂ ਕਰ ਲਓ ਤੇ ਐਂ ਹੋ ਜਾਊਗਾ, ਐਂ ਕਰ ਲਓ ਤਾਂ ਐਂ ਹੋ ਜਾਊਗਾ। ਤੁਸੀਂ ਕਿੰਨੇ ਸਾਲਾਂ ਤੋਂ ਕੀ ਕੁਛ ਕਰਦੇ ਪਏ, ਕੁਛ ਹੋਇਆ ਤਾਂ ਹੈ ਨਹੀਂ। ਦਬੜੀ ਖਾਨਾ ਸਾਹਿਬ, ਉਹਨਾਂ ਬੁੱਧੀਜੀਵੀਆਂ ਨੂੰ ਮੈਂ ਇੱਕ ਸੁਨੇਹਾ ਮੰਗੂੰਗਾ। ਸਭ ਤੋਂ ਪਹਿਲਾਂ ਤਾਂ ਉਹਨਾਂ ਬੁੱਧੀਜੀਵੀਆਂ ਨੂੰ ਸੁਨੇਹਾ ਜ਼ਰੂਰ ਦਿਓ ਜਿਹੜੇ ਪੀਪਣੀਆਂ ਵਜਾਉਂਦੇ ਨੇ ਅਫੀਮ ਦੀ ਖੇਤੀ ਦੀਆਂ, ਕਿਉਂਕਿ ਆਪਾਂ ਅੱਜ ਵਿਸਤਾਰ ਦੇ ਵਿੱਚ ਗੱਲ ਕੀਤੀ ਹੈ, ਸ਼ਾਇਦ ਇਹ ਗੱਲ ਉਹਨਾਂ ਦੇ ਵੀ ਕੰਨੀ ਪੈ ਗਈ ਹੋਵੇ, ਖੌਰੇ ਉਹਨਾਂ 'ਚ ਇੱਕ ਅੱਧਾ ਸਮਝ ਕੇ ਪਾਸੇ ਹੋ ਜੇ, ਇਹਦੇ ਤੇ ਐਨਾਲਾਈਜ਼ ਕਰੇ, ਵਾਕਿਆ ਦੇ ਵਿੱਚ ਹੀ ਛਾਣਬੀਣ ਕਰੇ। ਨਹੀਂ, ਮੇਰਾ ਉਹਨਾਂ ਨੂੰ ਇਹੀ ਸੁਨੇਹਾ ਵੀ ਹੋ ਸਕਦਾ ਤੁਹਾਡੀ ਮਨਸ਼ਾ ਚੰਗੀ ਹੋਵੇ, ਤੁਸੀਂ ਕਿਸਾਨਾਂ ਦਾ ਹਿੱਤ ਚਾਹੁੰਦੇ ਹੋ ਸਕਦਾ ਮੈਂ ਜੋ ਕੁਝ ਬੋਲਿਆ ਇਹ ਸੱਚਾਈ ਤੋਂ ਕੋਹਾਂ ਦੂਰ ਹੋਵੇ, ਵੀ ਤੁਹਾਡਾ ਹਿਸਾਬ ਜ਼ਿਆਦਾ ਵਧੀਆ ਹੋਵੇ ਮੇਰੇ ਨਾਲੋਂ। ਮੇਰੀ ਬੇਨਤੀ ਤੁਹਾਨੂੰ ਇਹ ਆ ਵੀ ਪਿਆਰਿਓ, ਇਹ ਸਾਰੇ ਮਸਲੇ ਨੂੰ ਪਹਿਲਾਂ ਚੰਗੀ ਤਰ੍ਹਾਂ ਗੌਰ ਨਾਲ ਇਹਨੂੰ ਵਾਚੋ,
ਇਹਦੀ ਖੋਜ ਕਰੋ। ਜਿੱਥੇ ਜਿੱਥੇ ਅਫੀਮ ਦੀ ਖੇਤੀ ਹੋ ਰਹੀ ਆ ਉੱਥੇ ਕਿਸਾਨਾਂ ਦੇ ਕੀ ਹਾਲਾਤ ਹੈਗੇ ਆ ਅਫੀਮ ਦੀ ਖੇਤੀ ਕਰਨ ਵਾਲਿਆਂ ਦੇ, ਉਹ ਜਾਣੋ। ਉੱਥੇ ਕਿਹੜੇ ਕਿਸਾਨ ਅਫੀਮ ਦੀ ਖੇਤੀ ਕਰ ਰਹੇ ਆ ਤੇ ਉਸ ਅਫੀਮ ਦੀ ਖੇਤੀ ਦਾ ਲਾਹਾ ਕੌਣ ਲੈ ਰਿਹਾ ਉਹ ਤੁਸੀਂ ਜਾਣੋ। ਹੁਣ ਜਿਹੜੀਆਂ ਕਿਸਾਨ ਯੂਨੀਅਨਾਂ ਝੰਡਾ ਚੱਕੀ ਫਿਰਦੀਆਂ ਅਫੀਮ ਦੀ ਖੇਤੀ ਦਾ, ਜਿਵੇਂ ਅੱਗ ਵਾਸਤੇ ਝੰਡਾ ਚੱਕ ਲਿਆ ਸੀ, ਉਹਨਾਂ ਕਿਸਾਨ ਯੂਨੀਅਨਾਂ ਦੇ ਸਾਰੇ ਦੇਸ਼ ਦੇ ਵਿੱਚ ਨੈਟਵਰਕ ਹੈਗੇ। ਬਿਲਕੁਲ। ਤਾਂ ਉਸ ਨੈਟਵਰਕ ਦਾ ਇਸਤੇਮਾਲ ਕਰਕੇ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਕਰ ਸਕਦੀਆਂ। ਹੋ ਸਕਦਾ ਜੀ। ਜਿਵੇਂ ਮੈਂ ਜਾ ਵੜਦਾ ਖੇਤਾਂ 'ਚ ਵੀ ਮੈਂ ਜਿਹੜੇ ਦਾਅਵੇ ਕਰਦਾ ਉਹਨਾਂ ਦਾਅਵਿਆਂ ਦੀ ਮੋਹਰ ਲਾ ਦਿੰਦੇ ਆ ਕਿਸਾਨ ਵੀ ਭਾਈ ਮੈਂ ਉਹਨਾਂ ਕਿਸਾਨਾਂ ਨੂੰ ਰੂਬਰੂ ਕਰ ਦਿੰਦਾ ਵੀ ਆਹ ਕਿਸਾਨ ਨੇ ਐਂ ਕੀਤਾ ਸੀ, ਇਹਨੇ ਆਹ ਰਿਜ਼ਲਟ ਆਇਆ, ਹੁਣ ਇਹ ਦੱਸਦਾ ਪਿਆ। ਤੇ ਤੁਸੀਂ ਜਾਓ ਖੇਤਾਂ 'ਚ ਜਿਹੜੇ ਅਫੀਮ ਦੀ ਖੇਤੀ ਕਰਦੇ ਆ ਉਹਨਾਂ ਨੇ ਜਿਹੜੇ ਮਹਿਲ ਬਣਾ ਲਏ ਆ, ਮਨਾਰੇ ਬਣਾ ਲਏ ਆ, ਉਹਨਾਂ ਨੂੰ ਜਿਹੜਾ ਫਾਇਦਾ ਹੋ ਰਿਹਾ ਉਹ ਲੋਕਾਂ ਦੇ ਸਾਹਮਣੇ ਲਿਆ ਕੇ ਖੜੇ ਕਰ ਦਿਓ ਉਹਨਾਂ ਨੂੰ। ਅੱਜ ਤਾਂ ਸੋਸ਼ਲ ਮੀਡੀਆ ਦਾ ਜ਼ਮਾਨਾ, ਠੀਕ ਹੈ। ਤਾਂ ਤੁਸੀਂ ਇਮਾਨਦਾਰੀ ਨਾਲ ਇਹ ਕਰੋ ਕੰਮ। ਤੇ ਮੈਨੂੰ ਲੱਗਦਾ ਕਿ ਜੇ ਤੁਸੀਂ ਇਮਾਨਦਾਰੀ ਨਾਲ ਕਰਦੇ ਹੋ ਤੇ ਇਮਾਨਦਾਰੀ ਨਾਲ ਕਰਨ ਤੋਂ ਬਾਅਦ ਜੇ ਤੁਹਾਨੂੰ ਲੱਗੇ ਕਿ ਅਫੀਮ ਦੀ ਖੇਤੀ ਤੋਂ ਬਿਨਾਂ ਗੁਜ਼ਾਰਾ ਹੀ ਨਹੀਂ ਹੈਗਾ ਤਾਂ ਫਿਰ ਆਪਾਂ ਤੁਹਾਡੇ ਨਾਲ ਆ, ਠੀਕ ਹੈ। ਇੱਕ ਗੱਲ ਹੋਰ ਜੀ, ਮੇਰੇ ਕੁਝ ਮਿੱਤਰ ਹੈਗੇ ਆ ਜਿਹੜੇ ਅਫੀਮ ਨੂੰ ਬਾਕੀ ਨਸ਼ਿਆਂ ਨਾਲੋਂ ਚੰਗਾ ਮੰਨਦੇ ਆ, ਸਿੰਥੈਟਿਕ ਡਰੱਗਸ ਦੇ ਨਾਲੋਂ ਚੰਗਾ ਮੰਨਦੇ ਆ। ਤੇ ਉਹਨਾਂ ਦਾ ਤਰਕ ਇਹ ਆ ਕਿ ਜੇ ਅਫੀਮ ਦੀ ਖੇਤੀ ਹੋਵੇ ਤਾਂ ਸਾਡਾ ਦੂਜੇ ਨਸ਼ਿਆਂ ਤੋਂ ਛੁਟਕਾਰਾ ਹੋ ਜੂ, ਠੀਕ ਹੈ। ਇਹ ਵੀ ਫਾਲਤੂ ਦਾ ਵਾਹਿਯਾਤ ਤਰਕ ਹੈ। ਹਾਲਾਂਕਿ ਉਹ ਬੰਦੇ ਮੇਰੇ ਤੋਂ ਸੀਨੀਅਰ ਹੈਗੇ ਆ, ਪਰ ਮੈਨੂੰ ਸੱਚ ਬੋਲਣ ਲੱਗੇ ਕਿਸੇ ਦੀ ਸੀਨੀਅਰਟੀ ਦੀ ਪਰਵਾਹ ਨਹੀਂ ਹੈਗੀ। ਇੰਨਾ ਫਾਲਤੂ ਦਾ ਵਾਹਿਯਾਤ ਤਰਕ ਦਿੰਦੇ ਪਏ ਆ ਵੀ ਜੇ ਅਫੀਮ ਦੀ ਖੇਤੀ ਹੋਵੇ ਤਾਂ ਪੰਜਾਬ ਨੂੰ ਸਿੰਥੈਟਿਕ ਨਸ਼ੇ ਤੋਂ ਬਚਾ ਲਾਂਗੇ। ਉਹ ਭਾਈ ਜੇ ਤੁਹਾਡਾ ਇਹ ਤਰਕ ਹੈ ਤਾਂ ਪੰਜਾਬ ਸਰਕਾਰ ਤੇ ਦਬਾਅ ਬਣਾ ਲਓ ਵੀ ਭਾਈ ਅਫੀਮ ਦੇ ਠੇਕੇ ਖੋਲ ਦੇ। ਬਿਲਕੁਲ। ਜਦੋਂ ਸ਼ਰਾਬ ਦੇ ਠੇਕੇ ਖੁੱਲ ਸਕਦੇ ਆ ਤਾਂ ਪਹਿਲਾਂ ਹੁੰਦੇ ਹੀ ਸੀ ਜੀ। ਤਾਂ ਜਿਹਨੂੰ ਲੋੜ ਆ ਭਾਈ ਉਹ ਠੇਕੇ ਤੋਂ ਅਫੀਮ ਲੈ ਲੇ ਜੀ, ਨਾ ਕੋਈ ਹੈ ਨਾ ਖੈਖ ਹੈ। ਤੇ ਵੀ ਜਿਹੜਾ ਕੰਮ ਠੇਕਾ ਖੋਲ ਕੇ ਹੋ ਸਕਦਾ ਹੈ ਉਹੀ ਕੰਮ ਖੇਤਾਂ 'ਚ ਅਫੀਮ ਖੜੀ ਕਰਕੇ ਕਰਨ ਦੀ ਜਿਹੜੀ ਸਮਝ ਹੈ ਇਹ ਤਾਂ ਫਾਲਤੂ ਦੀ ਸਮਝ ਹੀ ਹੋਈ ਨਾ। ਅੱਛਾ, ਸੁਨੇਹਾ ਉਹਨਾਂ ਦੇ ਲਈ ਵੀ ਦਿਓ ਜਿਨ੍ਹਾਂ ਦੇ ਮੋਢਿਆਂ ਤੇ ਰੱਖ ਕੇ ਇਹ ਜਿਹੜੀਆਂ ਨੇ ਗੰਨਾਂ ਚਲਾਉਣ ਦੀ ਕੋਸ਼ਿਸ਼ ਹੋ ਰਹੀਆਂ ਨੇ, ਉਹਨਾਂ ਦੇ ਲਈ ਸੁਨੇਹਾ। ਦੋਸਤੋ ਕਿਸਾਨ ਭਰਾਓ, ਗੱਲ ਇਹ ਆ ਕਿ ਇਸ ਦੇਸ਼ ਦੇ ਵਿੱਚ ਜਿਹੜਾ ਬੰਦਾ ਗਿਆਨ ਤੋਂ ਸੱਖਣਾ ਤੇ ਲਾਈ ਲੱਗਾ, ਜਿਹੜਾ ਦੂਜੇ ਦੀ ਸਮਝ ਨੂੰ ਨਤਮਸਤਕ ਹੋ ਜਾਂਦਾ, ਉਸ ਬੰਦੇ ਦਾ ਨਜਾਇਜ਼ ਫਾਇਦਾ ਉਠਾਇਆ ਜਾਂਦਾ। ਤੁਹਾਡੇ ਵਿੱਚੋਂ ਹੀ, ਤੁਹਾਡੇ ਰਹਿਬਰ ਬਣ ਕੇ ਹੀ ਉਹ ਤੁਹਾਡਾ ਨਜਾਇਜ਼ ਫਾਇਦਾ ਉਠਾਉਂਦੇ ਆ। ਕਿਸੇ ਵੀ ਸਮੱਸਿਆ ਦੇ ਪਿੱਛੇ ਸਭ ਤੋਂ ਵੱਡਾ ਕਾਰਨ ਹੁੰਦਾ ਆਪਣਾ ਅਗਿਆਨ। ਜਦੋਂ ਕਿਸੇ ਮੁੱਦੇ ਤੇ ਤੁਹਾਡੀ ਸਮਝ ਹੀ ਨਹੀਂ ਹੈਗੀ, ਤੁਹਾਨੂੰ ਗਿਆਨ ਹੀ ਨਹੀਂ ਹੈਗਾ, ਤੇ ਕੁਝ ਮੇਰੇ ਵਰਗੇ ਅਖੌਤੀ ਗਿਆਨੀ ਤੁਹਾਡੇ ਸਾਹਮਣੇ ਆ ਕੇ ਬਹਿ ਜਾਂਦੇ ਆ ਸੋਸ਼ਲ ਮੀਡੀਆ ਰਾਹੀਂ ਜਾਂ ਮੀਡੀਆ ਰਾਹੀਂ ਜਾਂ ਕਿਸਾਨ ਯੂਨੀਅਨ ਵਾਲੇ ਬਣ ਕੇ ਕਿ ਦੇਖੋ ਜੀ ਐਂ ਕਰਾਂਗੇ ਤਾਂ ਐਂ ਹੋ ਜਾਊਗਾ। ਉਹ ਸਿਰਫ ਤੁਹਾਡੇ ਅਗਿਆਨ ਦਾ ਨਜਾਇਜ਼ ਫਾਇਦਾ ਉਠਾਉਂਦੇ ਆ। ਜੇ ਤੁਸੀਂ ਇਹਨਾਂ ਮੁਸ਼ਕਲਾਂ ਤੋਂ ਬਚਣਾ, ਖੇਤੀ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀਆਂ ਮੁਸ਼ਕਲਾਂ ਜਾਂ ਅਫੀਮ ਦੀ ਖੇਤੀ ਨਾਲ ਸੰਬੰਧਿਤ ਜਿਹੜਾ ਲਾਭ ਹਾਨੀ ਵਾਲਾ ਮਸਲਾ ਵਿਚਾਰਨਾ, ਤਾਂ ਪਹਿਲਾਂ ਤੁਹਾਨੂੰ ਆਪਦੇ ਦਿਮਾਗ ਦੇ ਦਰਵਾਜ਼ੇ ਖੋਲ੍ਹਣੇ ਪੈਣਗੇ। ਕਿਰਪਾ ਕਰਕੇ ਆਪਣੇ ਪੱਧਰ ਤੇ ਜਿਹੜਾ ਹੈਗਾ ਇਸ ਮਸਲੇ ਦੇ ਬਾਰੇ ਨਿਰਪੱਖ ਸਮਝ ਬਣਾਓ ਤੇ ਫਿਰ ਜਿਹੜਾ ਤੁਹਾਨੂੰ ਆ ਕੇ ਕਵੇ ਅਫੀਮ ਦੀ ਖੇਤੀ ਕਰਨੀ ਆ ਉਹਨੂੰ ਇਸ ਤਰ੍ਹਾਂ ਦੇ ਸਵਾਲ ਕਰੋ ਕਿ ਉਹ ਨਿਰੁੱਤਰ ਹੋ ਕੇ ਬੇਸ਼ਰਮ ਹੋ ਕੇ ਤੁਹਾਡੇ ਪਿੰਡੋਂ ਮੁੜੇ ਜੀ। ਇਹ ਜ਼ਰੂਰੀ ਹੈ। ਜਿੰਨਾ ਚਿਰ ਤੁਸੀਂ ਅਗਿਆਨੀ ਹੋ, ਤੁਸੀਂ ਲਾਈ ਲੱਗੋ, ਤੁਹਾਨੂੰ ਆਪਣੇ ਆਪ ਤੇ ਭਰੋਸਾ ਨਹੀਂ ਹੈਗਾ, ਤੁਹਾਨੂੰ ਵਰਤਿਆ ਜਾਏਗਾ। ਜੀ ਜੀ। ਦਬੜੀ ਖਾਨਾ ਸਾਹਿਬ, ਇਹ ਬੜੀ ਗੱਲਬਾਤ ਹੁੰਦੀ ਸੀ, ਬੜੇ ਮਸਲੇ ਉੱਠਦੇ ਸੀ। ਤੋਂ ਸਾਡਾ ਕੰਮ ਸੀ ਕਿ ਲੋਕਾਂ ਤੱਕ ਇਹ ਖਬਰ ਜ਼ਰੂਰ, ਇਹ ਮੁੱਦਾ, ਇਹ ਮਸਲਾ ਜ਼ਰੂਰ ਪਹੁੰਚਾਈਏ ਕਿਸੇ ਬੁੱਧੀਜੀਵੀ ਦੇ ਨਾਲ, ਖਾਸ ਕਰ ਜਿਨ੍ਹਾਂ ਦਾ ਵੱਡਾ ਤਜਰਬਾ ਹੋਵੇ ਉਹਨਾਂ ਦੇ ਨਾਲ ਗੱਲਬਾਤ ਕਰਕੇ। ਤੁਸੀਂ ਅੱਜ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਦਿੱਤਾ, ਵਿਸਥਾਰ ਦੇ ਵਿੱਚ ਜਿਹੜਾ ਅਫੀਮ ਦੀ ਖੇਤੀ ਬਾਰੇ ਦੱਸਿਆ। ਮੈਨੂੰ ਲੱਗਦਾ ਜਿਹੜੇ ਸਰੋਤੇ ਸਾਨੂੰ ਦੇਖ ਰਹੇ ਆ, ਕਿਸਾਨ ਵੀਰ ਸਾਨੂੰ ਦੇਖ ਰਹੇ ਆ, ਜਾਂ ਉਹ ਵੱਡੇ ਬੁੱਧੀਜੀਵੀ ਸਾਨੂੰ ਦੇਖ ਰਹੇ ਆ, ਉਹਨਾਂ ਦੇ ਸਮਝ ਗੱਲ ਖਾਨੇ ਜ਼ਰੂਰ ਪੈ ਗਈ ਹੋਣੀ ਆ। ਤੁਸੀਂ ਅੱਜ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਦਿੱਤਾ। ਦਬੜੀ ਖਾਨਾ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਹਾਡਾ ਵੀ ਧੰਨਵਾਦ ਭਾਜੀ, ਸ਼ੁਕਰੀਆ ਜੀ। ਸੋ ਮੇਰੇ ਨਾਲ ਬਾਈ ਗੁਰਪ੍ਰੀਤ ਸਿੰਘ ਦਬੜੀ ਖਾਨਾ ਸੀ। ਬਾਈ ਜੀ ਨੇ ਆਪਣੇ ਵਿਚਾਰ ਰੱਖੇ ਨੇ, ਬਾਈ ਜੀ ਦਾ ਵੱਡਾ ਤਜਰਬਾ ਆ। ਬਾਈ ਜੀ ਨੇ ਵਿਸਥਾਰ ਦੇ ਵਿੱਚ ਦੱਸਿਆ ਕਿ ਜੇਕਰ ਅਫੀਮ ਦੀ ਖੇਤੀ ਹੁੰਦੀ ਆ ਤਾਂ ਸਾਡਾ ਫਿਊਚਰ ਕੀ ਆ, ਆਉਣ ਵਾਲੇ ਦਿਨਾਂ ਦੇ ਵਿੱਚ ਸਾਡੇ ਨਾਲ ਕੀ ਕੀ ਹੋ ਸਕਦਾ ਆ।
ਬਾਈ ਜੀ ਨੇ ਬੇਪਰਦ ਕੀਤਾ ਹੈ ਉਹਨਾਂ ਬੁੱਧੀਜੀਵੀਆਂ ਨੂੰ ਵੀ ਜਿਹੜੇ ਕਿਸਾਨਾਂ ਦੇ ਮੋਢੇ ਤੇ ਰੱਖ ਕੇ ਚਲਾਉਣੀਆਂ ਚਾਹੁੰਦੇ ਨੇ ਇਸ ਮਸਲੇ ਦੇ ਨਾਮ ਤੇ। ਜੇਕਰ ਤੁਸੀਂ ਬਾਈ ਜੀ ਦੇ ਨਾਲ ਸੰਪਰਕ ਕਰਨਾ ਚਾਹੁੰਦੇ ਹੋ ਤਾਂ ਬਾਈ ਜੀ ਦਾ ਜਿਹੜਾ ਸੰਪਰਕ ਨੰਬਰ ਆ ਸਾਥੋਂ ਲੈ ਸਕਦੇ ਹੋ, ਜਾਂ ਬਾਈ ਜੀ ਦੇ ਫੇਸਬੁੱਕ ਪੇਜ ਗੁਰਪ੍ਰੀਤ ਸਿੰਘ ਦਵੜੀ ਖਾਨਾ ਤੇ ਬਾਈ ਜੀ ਨਾਲ ਜਿਹੜਾ ਆ ਸੰਪਰਕ ਕਰ ਸਕਦੇ ਹੋ। ਖੇਤੀਬਾੜੀ ਦੇ ਬਾਬਤ ਹੋਰ ਮਸਲੇ ਲੈ ਕੇ ਅਸੀਂ ਅੱਗੇ ਵੀ ਬਾਈ ਹੋਰਾਂ ਦੇ ਨਾਲ ਹਾਜ਼ਰ ਹੁੰਦੇ ਰਹਾਂਗੇ। ਉਦੋਂ ਤੱਕ ਤੁਸੀਂ ਦੇਖਦੇ ਰਹੋ ਆਰਐਮਬੀ ਟੈਲੀਵਿਜ਼ਨ। ਆਪਣੇ ਦੋਸਤ ਜਸ ਕਰੇਵਾਲ ਨੂੰ ਦਿਓ ਇਜਾਜ਼ਤ। ਧੰਨਵਾਦ ਜੀ।